ਕਿਸਾਨਾਂ ਨੇ ਜਿਸ ਤਰ੍ਹਾਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਝੋਨਾ ਵਾਹ ਦਿੱਤਾ ਹੈ, ਉਹ ਕਾਰਵਾਈ ਕਿੰਨੀ ਕੁ ਵਾਜਬ ਹੈ? ਕਿਸਾਨਾਂ ਵੱਲੋਂ ਅਜਿਹਾ ਕਰ ਦੇਣਾ ਤੇ ਲੱਗੀ ਹੋਈ ਫਸਲ ਨੂੰ ਉਜਾੜ ਦੇਣਾ ਤੇ ਉਸ ਠੇਕੇਦਾਰ ਦੇ ਜਿਸ ਨੇ ਜ਼ਮੀਨ ਉਹ ਠੇਕੇ ਤੇ ਲਈ ਹੋਈ ਸੀ ਲੀਜ਼ ਤੇ, ਉਸ ਦੇ ਘਰ ਦੇ ਮੂਹਰੇ ਵੀ ਧਰਨਾ ਦੇਣਾ ਕਿਸਾਨਾਂ ਦਾ। ਉਹ ਧਰਨਾ ਦੇਣਾ ਇੱਕ ਅਲੱਗ ਚੀਜ਼ ਹੈ, ਉਸ ਨੂੰ ਕੋਈ ਪਰ ਕੋਈ ਫਸਲ ਨੂੰ ਉਜਾੜ ਦੇਣਾ ਅਸੀਂ ਇਸ ਨੂੰ ਕਿਸੇ ਤਰੀਕੇ ਨਾਲ ਇਦਾਂ ਵਾਜਬ ਨਹੀਂ ਠਹਿਰਾ ਸਕਦੇ। ਜੇ ਅਸੀਂ ਖੇਤੀ ਕਾਨੂੰਨਾਂ ਦੀ ਗੱਲ ਕਰੀਏ ਤਾਂ ਕਈ ਮਾਹਿਰ ਤਾਂ ਇਹ ਗੱਲ ਵੀ ਆਖਦੇ ਰਹੇ ਨੇ ਕਿ ਭਾਵੇਂ ਭਾਜਪਾ ਨੇ ਲੈ ਆਂਦੇ ਨੇ ਇਹ ਕਾਨੂੰਨ, ਪਰ ਇਹਨਾਂ ਦੀ ਬੁਨਿਆਦ ਤਾਂ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਰੱਖੋ ਗਈ ਸੀ। ਹੁਣ ਇਸ ਗੱਲ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਚਾਹੁੰਦੀਆਂ ਤੇ ਇਹੋ ਹੀ ਨੇ ਕਿ ਜਿਹੜਾ ਇੱਕ ਸਾਨੂੰ ਹਰ ਸਾਲ ਫਸਲਾਂ ਦੀ ਪ੍ਰੋਕਿਉਰਮੈਂਟ ਕਰਨੀ ਪੈਂਦੀ, ਇੰਨਾ ਵੱਡਾ ਖਰਚਾ ਹੈ, ਸਰਕਾਰ ਨੂੰ ਬੜੇ ਖਲਜਗਣ ਕਰਨੇ ਪੈਂਦੇ ਨੇ, ਇਹ ਛੱਡੋ ਪਰੇ, ਇਸ ਕੰਮ ਨੂੰ ਕਿਸਾਨ ਆਪੇ ਹੀ ਖੋਜਦੇ ਰਹਿਣ। ਉੱਤਰਾਖੰਡ ਦੀ ਗੱਲ ਕਰੀਏ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਅਨਐਕਸਪੈਕਟਡ ਅਸਤੀਫਾ ਦੇ ਦਿੱਤਾ। ਇਹ ਅਨਐਕਸਪੈਕਟਡ ਨਹੀਂ ਹੈ। ਹਾਂ, ਇਸ ਕਰਕੇ ਅਨਐਕਸਪੈਕਟਡ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ। ਪਹਿਲਾਂ ਧਰਮਿੰਦਰ ਸਿੰਘ ਰਾਵਤ ਸੀ ਤੇ ਫਿਰ ਹਰੀਸ਼ ਰਾਵਤ, ਤਕਰੀਬਨ 115 ਕੁ ਦਿਨ ਮੇਰੇ ਖਿਆਲ ਉਹਦੀ ਸਰਕਾਰ ਰਹੀ ਹੈ। ਇੱਕ ਰਾਵਤ ਆਵਤ ਤੇ ਦੂਸਰਾ ਜਾਵਤ, ਇਹੋ ਗੱਲ, ਹੁਣ ਤੇ ਦੋਨੋਂ ਹੀ ਜਾਵਤ। ਜੇ ਸੰਸਦ ਦੇ ਮੌਨਸੂਨ ਇਜਲਾਸ ਦੀ ਗੱਲ ਕਰੀਏ ਤੇ ਕੀ ਕੁਝ ਨਿਕਲ ਕੇ ਆਉਣ ਦੀਆਂ ਸੰਭਾਵਨਾਵਾਂ ਨੇ? ਲੋਕ ਸਭਾ ਦੇ ਵਿੱਚ ਜਿੰਨੀ ਕੋ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀਆਂ ਦੇ ਹਮਾਇਤੀਆਂ ਦੀ ਗਿਣਤੀ ਹੈ, ਸੱਚੇ ਕਿਤੇ ਤਾਂ ਕਿਸੇ ਨੂੰ ਬੋਲਣ ਨਹੀਂ ਦਿੱਤੀ। ਜ਼ਿਆਦਾ ਜਿਹੜੀ ਗੱਲਬਾਤ ਹੈ ਕੋਵਿਡ ਦੇ ਪ੍ਰਤੀ ਹੋਵੇਗੀ। ਉਹਨਾਂ ਨੇ ਇਹ ਗੱਲ ਆਖ ਦਿੱਤੀ ਆਪਣੇ ਮੰਤਰੀਆਂ ਨੂੰ ਕਿ ਤੁਸੀਂ ਭਾਈ ਤਿਆਰੀ ਕਰਕੇ ਆਇਓ, ਕੋਵਿਡ ਦੇ ਪ੍ਰਤੀ ਜਿਹੜੀਆਂ ਵਿਰੋਧੀ ਪਾਰਟੀਆਂ ਕੂੜ ਪ੍ਰਚਾਰ ਸਾਡੇ ਖਿਲਾਫ ਕਰਦੀਆਂ ਰਹੀਆਂ ਨੇ, ਉਹਨਾਂ ਦੇ ਜਵਾਬ ਅਸੀਂ ਠੋਕ ਠੋਕ ਕੇ ਦੇਣੇ ਨੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਜਿਵੇਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਮਾਹਿਰ ਮਹਿਮਾਨ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਤੇ ਅੱਜ ਜਿਹੜੇ ਮੁੱਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਨੇ ਨੇ, ਉਹਦੇ ਵਿੱਚ ਪੰਜਾਬ ਦੀ ਰਾਜਨੀਤੀ ਅਹਿਮ ਮੁੱਦਾ ਰਹੇਗਾ। ਉਸ ਤੋਂ ਬਾਅਦ ਹਰਜੀਤ ਸਿੰਘ ਗਰੇਵਾਲ ਦਾ ਕਿਸਾਨਾਂ ਨੇ ਜਿਹੜਾ ਝੋਨਾ ਉਜਾੜ ਦਿੱਤਾ ਹੈ, ਕਿਸਾਨਾਂ ਵੱਲੋਂ ਕੀਤੀ ਗਈ ਕਾਰਵਾਈ ਕਿੰਨੀ ਕੁ ਵਾਜਿਬ ਸੀ, ਇਸ ਬਾਰੇ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ ਜਾਣਾਂਗੇ। ਅਫਗਾਨਿਸਤਾਨ ਦੇ ਵਿੱਚ ਭਾਰਤ ਦੀ ਇਸ ਵੇਲੇ ਕੀ ਸਥਿਤੀ ਹੈ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜੋ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣੇ ਹੋਏ ਨੇ ਤੇ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਮੁੱਦੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਾਹਿਰ ਮਹਿਮਾਨ ਨੇ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਕੁਲਦੀਪ ਜੀ, ਕੱਲ ਕਿਸਾਨਾਂ ਨੇ ਜਿਸ ਤਰ੍ਹਾਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਝੋਨਾ ਵਾਹ ਦਿੱਤਾ ਹੈ, ਉਹ ਕਾਰਵਾਈ ਕਿੰਨੀ ਕੁ ਵਾਜਬ ਹੈ? ਧਨੌਲਾ ਦੇ ਵਿੱਚ 1.5 ਕਿੱਲਾ ਜ਼ਮੀਨ ਦਾ ਔਰ ਉਸ ਜ਼ਮੀਨ ਨੂੰ ਹਰਜੀਤ ਸਿੰਘ ਗਰੇਵਾਲ ਨੇ ਕੋਈ ਸਮਾਂ ਪਹਿਲਾਂ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਰਿੰਦਰ ਬਾਲਾ ਨੂੰ ਦੇ ਦਿੱਤਾ ਤੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਕਹਿ ਰਹੀਆਂ ਸੀ ਕਿ ਜਿਹੜਾ ਇਸ ਦੀ ਜ਼ਮੀਨ ਵਾਹੇਗਾ ਜਾਂ ਖੁਦ ਜਿਹੜੀ ਫਸਲ ਬੀਜੇਗਾ ਜਾਂ ਕੋਈ ਵੀ ਬੀਜੇਗਾ ਉਸ ਨੂੰ ਰਹਿਣ ਨਹੀਂ ਦੇਣਗੇ। ਉਸ ਵੇਲੇ ਵੀ ਇਹ ਬਿਆਨ ਸੁਰਖੀਆਂ 'ਚ ਆਏ ਸੀ ਕਿਸਾਨਾਂ ਦੇ ਤੇ ਹਰਜੀਤ ਸਿੰਘ ਗਰੇਵਾਲ ਹੁੱਬ ਕੇ ਕਹਿੰਦਾ ਸੀ ਇਹ ਬਹੁਤ ਮਾੜੀ ਗੱਲ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੇ ਇਹ ਵੀ ਗੱਲ ਉੱਭਰੀ ਸੀ ਕਿ ਸਮਾਜਿਕ ਬਾਈਕਾਟ ਕਰ ਦਿਓ ਹਰਜੀਤ ਗਰੇਵਾਲ ਦਾ। ਫਿਰ ਕੋਈ ਸਿਆਣੇ ਨੇ ਗੱਲ ਕੀਤੀ ਕਿ ਅਜਿਹਾ ਕਰਨਾ ਵਾਜਬ ਨਹੀਂ। ਸਭ ਕੁਝ ਚੱਲਦਾ ਰਿਹਾ, 6 ਮਹੀਨੇ ਪਾਰ ਹੋ ਗਏ, 7ਵਾਂ ਮਹੀਨਾ ਵੀ ਅੱਧਾ ਲੰਘ ਗਿਆ ਤੇ ਕਿਸਾਨ ਬੈਠੇ ਹੋਏ ਨੇ ਸਰਹੱਦਾਂ ਤੇ। ਹਰ ਇੱਕ ਨੇ ਥੋੜਾ ਥੋੜਾ ਰੁਖ ਬਦਲਿਆ। ਸੁਰਜੀਤ ਕੁਮਾਰ ਜਿਆਣੀ ਨੇ ਵੀ ਰੁਖ ਬਦਲਿਆ, ਪਰ ਹਰਜੀਤ ਗਰੇਵਾਲ ਅਜਿਹੀ ਮਿੱਟੀ ਦੇ ਬਣੇ ਹੋਏ ਨੇ ਕਿ ਉਹ ਲਗਾਤਾਰ ਬੋਲਦੇ ਗਏ ਨੇ ਕਿਸਾਨਾਂ ਦੇ ਖਿਲਾਫ। ਕਿਸਾਨਾਂ ਨੂੰ ਬੜੇ ਲਫ਼ਜ਼ ਉਹਨਾਂ ਨੇ ਵਰਤੇ ਨੇ। ਜਿੰਨੇ ਵੀ ਪ੍ਰੈਸ ਰਿਪੋਰਟਰ ਪੱਤਰਕਾਰ ਉਹਨਾਂ ਕੋਲ ਪਹੁੰਚੇ ਨੇ, ਉਹਨਾਂ ਨੂੰ ਖਿੱਚ ਕੇ ਅੱਗੋਂ ਉਹਨਾਂ ਨੇ ਗੱਲਾਂ ਕੀਤੀਆਂ। ਹੁਣ ਹਰਜੀਤ ਗਰੇਵਾਲ ਨੇ ਜਿੰਨੇ ਕੋ ਬਿਆਨ ਦਿੱਤੇ ਨੇ, ਸ਼ਾਇਦ ਉਹਨਾਂ ਨੂੰ ਆਪ ਵੀ ਗਿਣਤੀ ਨਾ ਹੋਵੇ ਕਿ ਕਿਹੜੇ ਨਾਮ ਜਿਹੜੇ ਨੇ ਜਾਂ ਕਿਹੜੇ ਤਖੱਲਸ ਕਿਸਾਨਾਂ ਪ੍ਰਤੀ, ਕਿਸਾਨ ਅੰਦੋਲਨਕਾਰੀਆਂ ਪ੍ਰਤੀ ਤੇ ਕਿਸਾਨ ਜਥੇਬੰਦੀਆਂ ਪ੍ਰਤੀ ਵਰਤੇ ਹੋਣ। ਖੇਤੀ ਬਿੱਲਾਂ ਦੀ ਕਿੰਨੀ ਕੁ ਸਮਝ ਹੈ ਉਹਨਾਂ ਨੂੰ, ਇਸ ਬਾਰੇ ਵੀ ਗੱਲ ਸਪਸ਼ਟ ਨਹੀਂ ਹੋ ਸਕੀ। ਸਿਰਫ ਇੱਕ ਭਾਜਪਾ ਦੇ ਮਾਊਥਪੀਸ ਦੇ ਤੌਰ ਤੇ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ। ਸਟਿਲ ਕਰ ਰਹੇ ਨੇ, ਬਿਲਕੁਲ ਕਰ ਰਹੇ ਨੇ। ਹੁਣ ਜੇ ਮੈਂ ਇਸ ਗੱਲ ਨੂੰ ਇਵੇਂ ਲਵਾਂ ਕਿ ਜਿਵੇਂ ਇਹ ਕਾਰਵਾਈ ਕੀਤੀ ਹੈ, ਇਸ ਨੂੰ ਕੋਈ 2-4 ਹੁੱਲੜਬਾਜ਼ਾਂ ਦੀ ਕਾਰਵਾਈ ਨਹੀਂ ਮੈਂ ਕਹਿ ਸਕਦਾ। ਝੰਡੀਆਂ ਫੜੀਆਂ ਹੋਈਆਂ ਸਨ ਉਹਨਾਂ ਲੋਕਾਂ ਨੇ ਕਿਸਾਨੀ
ਸੰਘਰਸ਼ ਦੀਆਂ ਜੀ ਜਥੇਬੰਦੀਆਂ ਦੀਆਂ ਤੇ ਉਹਨਾਂ ਵਿੱਚੋਂ ਕਈ ਲੋਕਲ ਆਗੂ ਜਿਨ੍ਹਾਂ ਨੇ ਆਪਣੇ ਨਾਮ ਵੀ ਉੱਥੇ ਦਿੱਤੇ ਨੇ ਤੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦਾ ਹੁਕਮ ਹੈ ਕਿ ਇਹਦੀ ਫਸਲ ਵਾਹ ਦਿਓ, ਖਤਮ ਕਰ ਦਿਓ। 1.5 ਕਿੱਲਾ ਝੋਨਾ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਲਾਇਆ ਗਿਆ ਸੀ, ਤਾਜ਼ੇ ਲੱਗੇ ਹੋਏ ਬੂਟੇ ਪੁੱਟ ਦਿੱਤੇ ਗਏ, ਇਕੱਠੇ ਕਰਕੇ ਬਾਹਰ ਸੁੱਟ ਦਿੱਤੇ ਗਏ ਤੇ ਟਰੈਕਟਰ ਫੇਰ ਦਿੱਤਾ ਗਿਆ। ਉੱਥੇ ਮਿੰਟੋ ਮਿੰਟ ਹੀ ਇਹ ਕੰਮ ਹੋਇਆ। ਜਦੋਂ ਤੱਕ ਪੁਲਿਸ ਨੂੰ ਕੰਨੋ ਕੰਨੀ ਇਸ ਦੀ ਖਬਰ ਲੱਗਦੀ, ਇੱਕ ਤਾਂ ਇਹ ਕਿ ਜਿੰਨੀ ਤਿਆਰੀ ਹੋਈ ਹੈ ਸਾਰੀ ਤਿਆਰੀ ਦੇ ਵਿੱਚ ਪੁਲਿਸ ਨੂੰ ਅਖੀਰਲੇ ਮੌਕੇ ਤੱਕ ਪਤਾ ਹੀ ਨਹੀਂ ਲੱਗਾ ਕਿ ਕੋਈ ਇਸ ਤਰ੍ਹਾਂ ਦੀ ਤਿਆਰੀ ਹੋ ਰਹੀ ਤੇ ਸਾਨੂੰ ਕੁਝ ਕਿਸੇ ਨੂੰ ਰੋਕਣਾ ਵੀ ਚਾਹੀਦਾ ਜਾਂ ਕੋਈ ਸਾਨੂੰ ਕੰਮ ਕਰਨਾ ਚਾਹੀਦਾ। ਜਦੋਂ ਸਭ ਕੁਝ ਹੋ ਗਿਆ, ਰੌਲਾ ਪਿਆ, ਫੋਨ ਆਉਣੇ ਜਾਣੇ ਸ਼ੁਰੂ ਹੋ ਗਏ, ਹਰਜੀਤ ਗਰੇਵਾਲ ਨੂੰ ਵੀ ਲੋਕਾਂ ਨੇ ਆਖਿਆ ਤੇ ਉਹਨਾਂ ਕਿਹਾ ਕਿ ਮੈਂ ਕਿਸੇ ਨਿੱਜੀ ਕੰਮ ਵਿੱਚ ਰੁੱਝਾ ਹੋਇਆ ਤੇ ਬਾਅਦ ਵਿੱਚ ਉਹਨਾਂ ਨੇ ਫੇਰ ਬਿਆਨ ਦੇਣੇ ਸ਼ੁਰੂ ਕਰਤੇ। ਇਹ ਕਿਸਾਨ ਨੇ, ਦੇਖੋ ਤੇ ਕੌਣ ਨੇ ਇਹ ਕੌਣ ਹੁੰਦੇ ਨੇ, ਇਹਨਾਂ ਖਿਲਾਫ ਕੇਸ ਦਰਜ ਹੋਣਾ ਚਾਹੀਦਾ। ਹਰਜੀਤ ਗਰੇਵਾਲ ਦੇ ਬਿਆਨ ਇੱਕ ਪਾਸੇ ਨੇ, ਨਿੰਦਣਯੋਗ ਨੇ, ਹੁਣ ਤੱਕ ਦਾ ਉਹਨਾਂ ਦਾ ਰਵੱਈਆ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਪਰ ਕਿਸਾਨਾਂ ਵੱਲੋਂ ਅਜਿਹਾ ਕਰ ਦੇਣਾ ਤੇ ਲੱਗੀ ਹੋਈ ਫਸਲ ਨੂੰ ਉਜਾੜ ਦੇਣਾ ਤੇ ਉਸ ਠੇਕੇਦਾਰ ਦੇ ਜਿਸ ਨੇ ਜ਼ਮੀਨ ਉਹ ਠੇਕੇ ਤੇ ਲਈ ਹੋਈ ਸੀ ਲੀਜ਼ ਤੇ, ਉਸ ਦੇ ਘਰ ਦੇ ਮੂਹਰੇ ਵੀ ਧਰਨਾ ਦੇਣਾ ਕਿਸਾਨਾਂ ਦਾ, ਉਹ ਧਰਨਾ ਦੇਣਾ ਇੱਕ ਅਲੱਗ ਚੀਜ਼ ਹੈ। ਉਸ ਨੂੰ ਕੋਈ ਪਰ ਕੋਈ ਫਸਲ ਨੂੰ ਉਜਾੜ ਦੇਣਾ ਅਸੀਂ ਇਸ ਨੂੰ ਕਿਸੇ ਤਰੀਕੇ ਨਾਲ ਇਦਾਂ ਵਾਜਬ ਨਹੀਂ ਠਹਿਰਾ ਸਕਦੇ। ਉਹਦੇ ਕਈ ਕਾਰਨ ਨੇ। ਇੱਕ ਤਾਂ ਹੈ ਕਿ ਕਿਸਾਨ ਹੈ, ਇਸ ਤਰ੍ਹਾਂ ਫਸਲ ਨੂੰ ਨਹੀਂ ਉਜਾੜਨਾ ਚਾਹੀਦਾ। ਕਿਸਾਨ ਆ ਦੂਸਰੇ ਕਿਸਾਨ ਦੀ ਜਾਂ ਕਿਸੇ ਦੀ ਵੀ ਫਸਲ ਕਿਉਂ ਉਜਾੜੇਗਾ? ਜੇ ਮੰਨ ਲਈਏ ਕਿ ਹਰਜੀਤ ਗਰੇਵਾਲ ਇੰਨਾ ਸਟਰੋਂਗਲੀ ਬੋਲਦੇ ਨੇ ਜਾਂ ਉਹਨਾਂ ਦੇ ਕੋਲ ਕੋਈ ਪੱਕਾ ਸੋਲਿਡ ਪੱਖ ਨਹੀਂ ਆਪਣੀ ਗੱਲ ਕਰਨ ਦਾ, ਤੇ ਉਹ ਗੱਲ ਜਿਹੜੀ ਉਹਨਾਂ ਦੇ ਮੂੰਹ ਆਉਂਦੇ ਨੇ ਕਹਿੰਦੇ ਨੇ, ਜੋ ਨਾ ਸੋ ਆਇਆ ਕਿਸਾਨਾਂ ਨੂੰ ਕਹਿੰਦੇ ਨੇ, ਪਰ ਫਿਰ ਵੀ ਕਿਸਾਨਾਂ ਨੂੰ ਕੀ ਲੋੜ ਪਈ ਹੈ ਇੱਕ ਅਜਿਹੇ ਇਰਰੈਲੇਵੈਂਟ ਬੰਦੇ ਵਾਸਤੇ ਕਿ ਉਹ ਉਹਨੂੰ ਚੁੱਪ ਕਰਾਉਣ ਤੇ ਲੱਗੇ ਹੋਏ ਨੇ? ਜਾਂ ਪੱਤਰਕਾਰਾਂ ਨੂੰ ਵੀ ਕੀ ਜ਼ਰੂਰਤ ਪਈ ਕਿ ਬਾਰ-ਬਾਰ ਉਹਨਾਂ ਕੋਲ ਜਾਂਦੇ ਨੇ ਕਿ ਤੁਸੀਂ ਆਪਣੇ ਵਿਚਾਰ ਦੇ ਦਿਓ? ਬਿਲਕੁਲ। ਜੇ ਪਤਾ ਉਹਨਾਂ ਨੇ, ਸਾਰਾ ਪੱਤਰਕਾਰ ਭਾਈਚਾਰਾ, ਪੰਜਾਬ ਦੀਆਂ ਪ੍ਰਮੁੱਖ ਅਖਬਾਰਾਂ, ਪੰਜਾਬ ਸਰਕਾਰ, ਪੰਜਾਬ ਦੀ ਪੁਲਿਸ, ਪੰਜਾਬ ਦਾ ਹੋਰ ਜਿੰਨੇ ਅਦਾਰੇ ਸਨ, ਸਾਰੇ ਕਿਸਾਨਾਂ ਦੇ ਨਾਲ, ਇੱਥੋਂ ਤੱਕ ਕਿ ਵਿਦਿਅਕ ਅਦਾਰਿਆਂ ਦੇ ਜਿਹੜੇ ਅਧਿਆਪਕ ਵਰਗ ਵਿਹਲਾ ਸੀ, ਉਹ ਸੰਯੁਕਤ ਕਿਸਾਨ ਮੋਰਚੇ ਤੇ ਜਾ ਕੇ ਕਿਸਾਨਾਂ ਦੀ ਹਮਾਇਤ ਕਰਦਾ ਰਿਹਾ। ਤੇ ਹੁਣ ਲੋੜ ਕੀ ਸੀ ਕਿ ਹਰਜੀਤ ਗਰੇਵਾਲ ਨੂੰ ਜੇ ਇੱਕ ਪਾਸੇ ਵੀ ਛੱਡ ਦਈਏ ਤੇ ਕਿੰਨਾ ਕੁ ਫਰਕ ਪਏਗਾ ਸਾਨੂੰ? ਅਸੀਂ ਖਾਮਖਾ ਉਸ ਨੂੰ ਇੰਪੋਰਟੈਂਸ ਦੇ ਰਹੇ ਹਾਂ। ਇੱਕ ਗੱਲ ਸੁਣਦੇ ਆ ਤੇ ਉਹ ਸੁਣਾਉਂਦੇ ਨੇ। ਦੂਸਰੀ ਗੱਲ, ਅਜਿਹਾ ਕੰਮ ਕਰਕੇ ਉਹ ਹੋਰ ਜਿਹੜਾ ਸਿੰਪਥੀ ਜਿਹੜੀ ਵੇਵ ਹੈ ਕਿਸੇ ਨਾ ਕਿਸੇ ਪਾਸਿਓਂ ਹਾਸਲ ਕਰਨਗੇ, ਭਾਵੇਂ ਉਹ ਹਾਈ ਕਮਾਂਡ ਕੋਲੋਂ ਕਰਨ, ਭਾਵੇਂ ਹੋਰ ਕਿਸੇ ਪਾਸਿਓਂ ਕਰਨ। ਤੇ ਹਰਜੀਤ ਗਰੇਵਾਲ ਨੇ ਕੀ ਕੀਤਾ ਇਸ ਤੋਂ ਬਾਅਦ ਜਦੋਂ ਫਸਲ ਖਰਾਬ ਕਰਤੀ? ਉਹਨਾਂ ਨੇ ਇਹੋ ਹੀ ਆਖਿਆ ਕਿ ਦੇਖੋ ਜੀ, ਇਹ ਗਲਤ ਲੋਕ ਨੇ, ਇਹ ਦੇਖੋ ਮੈਂ ਪਹਿਲਾਂ ਹੀ ਕਹਿੰਦਾ ਸੀ, ਇਹ ਗੁੰਡੇ ਨੇ, ਫਲਾਣੇ ਨੇ, ਇਸ ਤਰ੍ਹਾਂ ਦੇ ਕਈ ਲਫ਼ਜ਼ ਉਹਨਾਂ ਨੇ ਵਰਤੇ ਨੇ, ਇਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ ਤੇ ਮੈਂ ਦੇਖਦਾ ਕੀ ਕਰਦੇ ਨੇ ਤੇ ਮੈਂ ਪੂਰੀ ਲੜਾਈ ਕਰਾਂਗਾ, ਇਹਨਾਂ ਨਾਲ ਦੇਖਾਂਗਾ। ਹੁਣ ਹਰਜੀਤ ਗਰੇਵਾਲ ਜਦੋਂ ਅਨਿਲ ਜੋਸ਼ੀ ਬੋਲੇ ਨੇ, ਅਨਿਲ ਜੋਸ਼ੀ ਇੱਕ ਵਾਰੀ ਫੇਰ ਕਿਸਾਨਾਂ ਦੇ ਹੱਕ 'ਚ ਬੋਲੇ ਨੇ ਕੱਲ, ਜੇ ਉਹਨਾਂ ਨੇ ਕੋਈ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ ਕਿ ਭਾਜਪਾ ਦਾ ਸਾਬਕਾ ਵੱਡਾ ਪੰਜਾਬ ਦਾ ਆਗੂ ਹੈ, ਹਰਜੀਤ ਗਰੇਵਾਲ ਲਗਾਤਾਰ ਬੋਲਦੇ ਰਹਿੰਦੇ ਨੇ। ਉਹਨਾਂ ਨੇ ਅਨਿਲ ਜੋਸ਼ੀ ਨੂੰ ਵੀ ਨਹੀਂ ਬਖਸ਼ਿਆ। ਅਨਿਲ ਜੋਸ਼ੀ ਜੋ ਕੱਲ ਵੀ ਕਿਸਾਨਾਂ ਦੇ ਪੱਖ ਵਿੱਚ ਬੋਲਿਆ ਤੇ ਬੀਜੇਪੀ ਨੂੰ ਉਹਨਾਂ ਨੇ ਆਖਿਆ ਹਾਈ ਕਮਾਂਡ ਨੂੰ ਕਿ ਤੁਸੀਂ ਇਹਨਾਂ ਤੇ ਵਿਚਾਰ ਕਰੋ, ਕਿਸਾਨੀ ਜਿਹੜੇ ਨੇ ਸੰਘਰਸ਼ ਕਰ ਰਹੇ ਲੋਕ ਐਵੇਂ ਰੌਲਾ ਨਹੀਂ ਪਾ ਰਹੇ, ਇਹਨਾਂ ਦੀ ਗੱਲ ਦੇ ਪਿੱਛੇ ਕੁਝ ਹੈ, ਤਰਕ ਹੈ, ਦਲੀਲ ਹੈ। ਤੇ ਹਰਜੀਤ ਗਰੇਵਾਲ ਤੇ ਦਲੀਲ ਨਾਲ ਗੱਲ ਹੀ ਕੋਈ ਨਹੀਂ ਕਰਦੇ। ਇਹ ਉਹਨਾਂ ਦਾ ਆਪਣਾ ਪੱਖ ਹੈ, ਅਸੀਂ ਉਹਨਾਂ ਦੀ ਕੋਈ ਮੁਖਾਲਫਤ ਨਹੀਂ ਕਰ ਰਹੇ, ਪਰ ਜਿਸ ਤਰੀਕੇ ਨਾਲ ਬੋਲਦੇ ਰਹੇ ਨੇ ਕਿਸਾਨਾਂ ਦੇ ਖਿਲਾਫ, ਉਹਨਾਂ ਨੂੰ ਆਪਣਾ ਪੱਖ ਰੱਖਣ ਦਾ ਹਰ ਇੱਕ ਨੂੰ ਹੱਕ ਹੈ। ਪਰ ਜਿਸ ਤਰੀਕੇ ਨਾਲ ਜਿਹੜੇ ਲਫ਼ਜ਼ਾਂ ਨਾਲ ਪਿੱਛੋਂ ਲੈ ਕੇ ਬੋਲਦੇ ਆਏ ਨੇ ਉਹ ਬਹੁਤਾ ਵਧੀਆ ਨਹੀਂ। ਪਰ ਕਿਸਾਨਾਂ ਵੱਲੋਂ ਜਾਂ ਕੋਈ ਕੁਝ ਹੋਰ ਲੋਕਾਂ ਵੱਲੋਂ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਵੀ ਵਧੀਆ ਨਹੀਂ। ਅਨਿਲ ਜੋਸ਼ੀ ਵਾਲੀ ਗੱਲ ਨੂੰ ਮੈਂ ਖਤਮ ਕਰਾਂ ਤੇ ਇਹ ਤਾਂ ਅਨਿਲ ਜੋਸ਼ੀ ਨੂੰ ਵੀ ਨਹੀਂ ਬਖਸ਼ਿਆ। ਕਿਉਂਕਿ ਕੁਝ ਦਿਨ ਪਹਿਲਾਂ ਅਨਿਲ ਜੋਸ਼ੀ ਨੇ ਪਹਿਲੀ ਵਾਰ ਕਿਸਾਨਾਂ ਦੇ ਪੱਖ ਵਿੱਚ ਬਿਆਨ ਦਿੱਤਾ ਤੇ ਇਹ ਕਹਿੰਦੇ, ਤੂੰ ਯਾਦ ਕਰ, ਮੈਂ ਤੇਰੇ ਨਾਲ ਫਲਾਣੇ ਜਗ੍ਹਾ ਤੇ ਤੇਰੀ ਮਦਦ ਕੀਤੀ ਸੀ, ਤੈਨੂੰ ਮੈਂ ਫਲਾਂ ਜਗ੍ਹਾ ਤੋਂ ਲੈ ਕੇ ਆਇਆ, ਤੇਰੇ ਨਾਲ ਆਹ ਕੀਤਾ, ਤੂੰ ਮੈਨੂੰ ਭੁੱਲ ਗਿਆ। ਇਹ 'ਚ ਭੁਲਾਉਣ ਵਾਲੀ ਗੱਲ ਕਿਹੜੀ ਹੈ? ਗੱਲ ਤੇ ਹੱਕ ਸੱਚ ਦੀ ਕਰਨੀ ਚਾਹੀਦੀ ਹੈ। ਪਰ ਮੈਂ ਸਮਝਦਾ ਕਿ ਇਹ ਕਿਸਾਨਾਂ ਨੂੰ 6-7 ਮਹੀਨੇ ਜਿਹੜੇ ਸਰਹੱਦਾਂ ਤੇ ਬੈਠਿਆਂ ਨੂੰ ਹੋ ਗਏ ਨੇ, ਪੰਜਾਬ ਦਾ ਕਿਸਾਨ ਅੰਦੋਲਨ ਤੇ ਸਾਲ ਤੋਂ ਚੱਲ ਰਿਹਾ, ਉਹ ਇੱਕ ਲੋਕਾਂ ਦੇ ਅੰਦਰ ਗੁੱਸਾ ਹੈ, ਰੰਜ ਹੈ, ਔਰ ਉਸ ਦਾ ਇਜ਼ਹਾਰ ਜਿਹੜਾ ਫਿਰ ਇਸ ਤਰ੍ਹਾਂ ਫਰਸਟ੍ਰੇਸ਼ਨ ਦੇ ਰੂਪ ਵਿੱਚ ਕਿਸਾਨ, ਇਹ ਇਕੱਲੇ ਕੋਈ 2-4 ਨੌਜਵਾਨ ਨਹੀਂ ਸੀ ਉੱਥੇ ਬਜ਼ੁਰਗ ਵੀ ਸਨ ਤੇ ਬਜ਼ੁਰਗ ਔਰਤਾਂ ਵੀ ਸਨ। ਉਲੀਕਿਆ ਹੋਇਆ ਪ੍ਰੋਗਰਾਮ ਸੀ, ਪਰ ਬਜ਼ੁਰਗ ਔਰਤਾਂ ਦਾ ਉੱਥੇ ਪਹੁੰਚਣਾ ਵਾਕਈ ਅੰਦਰੋਂ ਦੁਖੀ ਨੇ ਉਹ ਲੋਕ। ਤੇ ਹਰਜੀਤ ਗਰੇਵਾਲ ਜੇ ਅੱਜ ਉਹਨਾਂ ਨਾਲ ਇਸ ਤਰ੍ਹਾਂ ਹੋਇਆ ਤੇ ਵਾਕਈ ਉਹਨਾਂ ਦੇ ਦਿੱਤੇ ਹੋਏ ਬਿਆਨਾਂ ਕਰਕੇ ਹੋਇਆ। ਪਰ ਕਿਸਾਨ ਜਥੇਬੰਦੀਆਂ ਨੂੰ ਤੇ ਕਿਸਾਨਾਂ ਨੂੰ ਇਹ ਬੇਨਤੀ ਹੈ ਕਿ ਰੱਬ ਦੇ ਵਾਸਤੇ ਇਹੋ ਜਿਹਾ ਕੰਮ ਨਾ ਕੀਤਾ ਜਾਵੇ। ਹਰਜੀਤ ਗਰੇਵਾਲ ਨੂੰ ਤੁਸੀਂ ਛੱਡ ਵੀ ਦਿਓ, ਨਾ ਕਰੋ ਇਹੋ ਜਿਹਾ ਕੰਮ ਤਾਂ ਕਿ ਸਾਡੀ ਬਦਨਾਮੀ ਨਾ ਹੋਵੇ। ਪਹਿਲਾਂ ਹੀ ਅਸੀਂ ਇਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਜਿਹੜਾ ਕਾਫੀ ਖੱਜਲ ਖੁਆਰ ਕਰਨ ਦੇ ਵਿੱਚ ਸਰਕਾਰਾਂ ਲੱਗੀਆਂ ਹੋਈਆਂ, ਤਾਂ ਪਹਿਲਾਂ ਹੀ ਲੱਗ ਚੁੱਕੀ ਹੈ ਜੀ। ਕੁਲਦੀਪ ਜੀ, ਜੇ ਸ਼ਰਦ ਪਵਾਰ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਖੇਤੀ ਬਿੱਲਾਂ ਦੀ ਹਮਾਇਤ ਕੀਤੀ ਹੈ, ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ? ਸਾਬਕਾ ਖੇਤੀ ਮੰਤਰੀ ਨੇ ਕੇਂਦਰ ਦੇ,
ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਇਸ ਵੇਲੇ ਮਹਾਰਾਸ਼ਟਰ ਸਰਕਾਰ ਦੀ ਵਾਗਡੋਰ ਜਿਵੇਂ ਕਹਿੰਦੇ ਨੇ ਕਿ ਭਾਵੇਂ ਉਹ ਉਧਵ ਠਾਕਰੇ ਦੇ ਕੋਲ ਹੈ ਪਰ ਪਿੱਛੋਂ ਜਿਹੜਾ ਕੰਟਰੋਲ ਹੈ ਉਹ ਸ਼ਰਦ ਪਵਾਰ ਦੇ ਕੋਲ ਹੈ। ਉਹਨਾਂ ਦੀ ਪਾਰਟੀ ਐਨਸੀਪੀ ਨੈਸ਼ਨਲਿਸਟ ਕਾਂਗਰਸ ਪਾਰਟੀ ਜਿਹੜੀ ਹੈ ਉਹ ਬੜਾ ਕੁਝ ਕੰਟਰੋਲ ਕਰ ਰਹੀ ਹੈ। ਤੇ ਪਿਛਲੇ ਦਿਨਾਂ ਦੇ ਵਿੱਚ ਖੂਬ ਮੀਟਿੰਗਾਂ ਹੋਈਆਂ ਨੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ, ਪੀਕੇ ਦੇ ਨਾਲ ਜੀ। ਤੇ ਪੀਕੇ ਦਾ ਜਦੋਂ ਨਾਂ ਆਉਂਦਾ ਤਾਂ ਘਬਰਾ ਜਾਂਦੇ ਨੇ ਸਾਰੀਆਂ ਵਿਰੋਧੀ ਪਾਰਟੀਆਂ ਕਿ ਹੁਣ ਕਿੱਧਰ ਨੂੰ ਚੱਲਿਆ ਤੇ ਕੀ ਕਰੇਗਾ। ਬਿਲਕੁਲ। ਪ੍ਰਸ਼ਾਂਤ ਕਿਸ਼ੋਰ ਬੰਗਾਲ ਦੀਆਂ ਇਲੈਕਸ਼ਨਾਂ ਵਿੱਚ ਜਿੱਤ ਦਾ ਝੰਡਾ ਬੁਲੰਦ ਕਰਕੇ ਉੱਥੋਂ ਨਿਕਲੇ ਨੇ, ਹੁਣ ਪੰਜਾਬ ਵੱਲ ਨੂੰ ਵੀ ਰੁਖ ਕੀਤਾ ਹੋਇਆ ਜੀ। ਤੇ ਪੂਰੇ ਭਾਰਤ ਦੇ ਵਿੱਚ ਤੀਜਾ ਜਾਂ ਚੌਥਾ ਫਰੰਟ ਖੋਲਣ ਦੇ ਵਿੱਚ ਉਹ ਚੰਗੀ ਭੂਮਿਕਾ ਨਿਭਾ ਸਕਦੇ ਨੇ। ਅਜਿਹੀਆਂ ਕਨਸੋਆਂ ਹਨ ਤੇ 3-4 ਵਾਰ ਸ਼ਰਦ ਪਵਾਰ ਨੂੰ, ਜਸਵੰਤ ਸਿਨਹਾ ਨੂੰ, ਹੋਰ ਲੋਕਲ ਆਗੂਆਂ ਨੂੰ ਮਿਲਣਾ ਗਿਲਣਾ ਬਹੁਤ ਗੱਲਾਂ ਵੱਲ ਇਸ਼ਾਰੇ ਕਰਦਾ ਜੀ। ਸ਼ਰਦ ਪਵਾਰ ਜੋ ਖਾਹਿਸ਼ ਤਾਂ ਰੱਖਦੇ ਨੇ ਕਿ ਮੈਂ ਭਾਰਤ ਦੇ ਉੱਚੇ ਅਹੁਦੇ ਦੀ ਜਿਹੜੇ ਉਹਨੂੰ ਕਿਤੇ ਕਿਤੇ ਹੱਥ ਪਾ ਲਵਾਂ, ਪਰ ਉਹਨਾਂ ਨੇ ਕਹਿੰਦੇ ਨੇ ਕਿ ਬਿਆਨ ਦੇ ਦਿੱਤਾ। ਉਹ ਬਿਆਨ ਉਹਨਾਂ ਨੇ ਦਿੱਤਾ ਹੈ ਕਿ ਖੇਤੀ ਕਾਨੂੰਨ ਜਿਹੜੇ ਨੇ ਇਹਨਾਂ ਨੂੰ ਰੱਦ ਕਰਨ ਦਾ ਮਸਲਾ ਨਹੀਂ, ਇਹਨਾਂ ਦੇ ਵਿੱਚ ਕੋਈ ਨਾ ਕੋਈ ਜੇ ਕੋਈ ਗੱਲ ਹੈ ਤਾਂ ਉਸ ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ। ਪਹਿਲੀ ਕੜੀ ਖੋਲੀ ਜਿਹੜੀ ਪਹਿਲਾਂ ਨੇ ਖੋਲੀ ਜੀ। ਪਰ ਨਰਿੰਦਰ ਸਿੰਘ ਤੋਮਰ ਨੇ ਉਹਨਾਂ ਦੇ ਬਿਆਨ ਨੂੰ ਚੁੱਕ ਲਿਆ। ਨਰਿੰਦਰ ਸਿੰਘ ਤੋਮਰ ਕੇਂਦਰੀ ਮੰਤਰੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਦੇਖੋ ਸ਼ਰਦ ਪਵਾਰ ਨੇ ਸਾਡੀ ਹਮਾਇਤ ਕਰ ਦਿੱਤੀ ਹੈ, ਅਸੀਂ ਵੀ ਇਹੋ ਗੱਲ ਕਰਦੇ ਸੀ ਤੇ ਤੀਸਰੇ ਫਰੰਟ ਜਾਂ ਚੌਥਾ ਫਰੰਟ ਦੀ ਗੱਲ ਕਰਨ ਵਾਲੇ ਸ਼ਰਦ ਪਵਾਰ ਜਿਹੜੇ ਨੇ ਉਹ ਸਾਡੀ ਹੁਣ ਹਮਾਇਤ ਕਰ ਰਹੇ ਨੇ। ਹੁਣ ਇੱਕ ਤਾਂ ਇਹ ਕਿ ਜਿਹੜੇ ਭਾਜਪਾਈ ਕੋਈ ਦਿਨ ਪਹਿਲਾਂ ਤੱਕ ਸ਼ਰਦ ਪਵਾਰ ਨੂੰ ਪਾਣੀ ਪੀ ਪੀ ਕੇ ਕੋਸਣ ਲੱਗ ਪਏ ਸੀ ਕਿ ਇੱਕ ਭਾਜਪਾ ਨੂੰ ਥੱਲੇ ਲਾਉਣ ਵਾਸਤੇ ਝੂਠ ਦਾ ਤੇ ਭਰਮ ਦਾ ਜਾਲ ਫੈਲਾ ਰਹੇ ਨੇ ਤੇ ਤੀਜਾ ਜਾਂ ਚੌਥਾ ਫਰੰਟ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਹੁਣ ਇੱਕਦਮ ਉਹਨਾਂ ਦੇ ਇੱਕ ਦਿੱਤੇ ਹੋਏ ਬਿਆਨ ਤੇ ਉਹਨਾਂ ਦੀ ਜਿਹੜੀ ਨੇ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਖਾਸ ਬੰਦੇ ਨੇ ਗੱਲ ਕੀਤੀ ਹੈ ਤੇ ਸਾਨੂੰ ਜਿਹੜੀ ਹੈ ਸਾਡੇ ਖੇਤੀ ਬਿੱਲਾਂ ਦੀ ਹਮਾਇਤ ਹੋ ਰਹੀ ਹੈ। ਰਾਜਨੀਤੀ ਕਿਸੇ ਦੀ ਸਕੀ ਨਹੀਂ ਜੀ। ਹਾਲਾਂਕਿ ਸ਼ਰਦ ਪਵਾਰ ਨੇ ਇਸ ਦੇ ਬਾਰੇ ਗੱਲ ਆਖੀ ਕਿ ਮੈਂ ਜਿੱਥੇ ਗੱਲ ਕੀਤੀ ਸੀ ਜਾਂ ਉਹਨਾਂ ਦੀ ਪਾਰਟੀ ਵੱਲੋਂ ਅਧਿਕਾਰਤ ਤੌਰ ਤੇ ਬਿਆਨ ਦਿੱਤਾ ਗਿਆ ਕਿ ਇਹ ਸਿਰਫ ਮਹਾਰਾਸ਼ਟਰ ਦੇ ਵਿੱਚ ਕੁਝ ਪ੍ਰਸਤਾਵਿਤ ਖੇਤੀ ਕਾਨੂੰਨ ਸਨ, ਅਸੀਂ ਉਹਨਾਂ ਦੀ ਗੱਲ ਕੀਤੀ ਆ, ਇਸ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਦਾ ਅਸੀਂ ਨਾਂ ਨਹੀਂ ਲਿਆ। ਉਹ ਆਪਣੇ ਸਟੈਂਡ ਤੋਂ ਪਿੱਛੇ ਹਟ ਗਏ ਨੇ, ਇੱਕ ਯੂ ਟਰਨ ਉਹਨਾਂ ਨੇ ਮਾਰਿਆ, ਪਰ ਸ਼ਰਦ ਪਵਾਰ ਜੇ ਖੁੱਲ ਕੇ ਨਹੀਂ ਬੋਲੇ। ਲੱਗਦਾ ਹੈ ਅੰਦਰੋਂ ਅੰਦਰੀ ਜਾਪਦਾ ਕਿ ਥੋੜਾ ਜਿਹਾ ਸੌਫਟ ਕਾਰਨਰ ਜਿਹੜਾ ਹੈ ਉਹ ਖੇਤੀ ਬਿੱਲਾਂ ਪ੍ਰਤੀ ਰੱਖਦੇ ਹੋਣ। ਸਾਬਕਾ ਕੇਂਦਰੀ ਖੇਤੀ ਮੰਤਰੀ ਰਹੇ ਨੇ। ਸੋ ਜੇ ਅਸੀਂ ਖੇਤੀ ਕਾਨੂੰਨਾਂ ਦੀ ਗੱਲ ਕਰੀਏ ਤਾਂ ਕਈ ਮਾਹਿਰ ਤਾਂ ਇਹ ਗੱਲ ਵੀ ਆਖਦੇ ਰਹੇ ਨੇ ਕਿ ਭਾਵੇਂ ਭਾਜਪਾ ਨੇ ਲੈ ਆਂਦੇ ਨੇ ਇਹ ਕਾਨੂੰਨ, ਪਰ ਇਹਨਾਂ ਦੀ ਬੁਨਿਆਦ ਤਾਂ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਰੱਖੋ ਗਈ ਸੀ। ਹੁਣ ਇਸ ਗੱਲ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਚਾਹੁੰਦੀਆਂ ਤੇ ਇਹੋ ਹੀ ਨੇ ਕਿ ਜਿਹੜਾ ਇੱਕ ਸਾਨੂੰ ਹਰ ਸਾਲ ਫਸਲਾਂ ਦੀ ਪ੍ਰੋਕਿਉਰਮੈਂਟ ਕਰਨੀ ਪੈਂਦੀ, ਇੰਨਾ ਵੱਡਾ ਖਰਚਾ ਹੈ, ਸਰਕਾਰ ਨੂੰ ਬੜੇ ਖਲਜਗਣ ਕਰਨੇ ਪੈਂਦੇ ਨੇ, ਇਹ ਛੱਡੋ ਪਰੇ, ਇਸ ਕੰਮ ਨੂੰ ਕਿਸਾਨ ਆਪੇ ਹੀ ਖੋਜਦੇ ਰਹਿਣ ਤੇ ਲੱਗੇ ਰਹਿਣ ਤੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿਓ ਵੀ ਦੇਖੀ ਜਾਓ ਕੀ ਹੁੰਦਾ। ਸੋ ਬੇਸਿਕ ਮਾਨਸਿਕ ਸਥਿਤੀ ਜਿਹੜੀ ਆ ਉਹ ਇੱਥੇ ਕੀ ਰੱਖਦੀਆਂ ਨੇ। ਅਜੇ ਵੀ ਕਾਂਗਰਸ ਪਾਰਟੀ ਨੇ ਇਹਨੇ ਬਿਆਨ ਨਹੀਂ ਦਿੱਤਾ ਕਿ ਅਸੀਂ ਕੇਂਦਰ ਦੇ ਵਿੱਚ ਸੱਤਾ ਵਿੱਚ ਆਏ ਤਾਂ ਅਸੀਂ ਤਿੰਨੇ ਕਾਨੂੰਨ ਜਿਹੜੇ ਰਿਪੀਲ ਕਰਾਂਗੇ। ਉਹਨਾਂ ਨੇ ਠੋਕ ਵਜਾ ਕੇ ਕਿਤੇ ਗੱਲ ਨਹੀਂ ਆਖੀ। ਸੋ ਸ਼ਰਦ ਪਵਾਰ ਵੀ ਉਸੇ ਸੂਚੀ ਵਿੱਚ ਨੇ। ਕਿਸਾਨਾਂ ਦੀ ਲੜਾਈ ਲੰਬੀ ਹੈ, ਇਸ ਤੋਂ ਇਹ ਸਾਬਤ ਹੁੰਦਾ ਜੀ। ਆਪਣੇ ਐਕਸਪਰਟ ਦੇ ਨਾਲ ਹੋਰ ਵੀ ਮੁੱਦੇ ਵਿਚਾਰਾਂਗੇ, ਪਰ ਇਸ ਵੇਲੇ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਖੇਤੀ ਬਿੱਲਾਂ ਦੀ, ਕਿਸਾਨਾਂ ਦੀ, ਤੇ ਲੱਗਦੇ ਆ ਤੇ ਕਿਸਾਨ ਅੰਦੋਲਨ ਦੀ ਵੀ ਗੱਲ ਕਰ ਲਈਏ। ਇਸ ਵੇਲੇ ਕੀ ਸਥਿਤੀ ਹੈ ਕਿਸਾਨ ਅੰਦੋਲਨ ਦੀ? ਦਿੱਲੀ ਚਲੋ ਦਾ ਨਾਅਰਾ ਜਿਹੜਾ ਦਿੱਤਾ ਜਾ ਰਿਹਾ ਹੈ ਹਰਿਆਣੇ ਦੇ ਆਗੂਆਂ ਵੱਲੋਂ ਜੀ, ਪੰਜਾਬ ਦੇ ਆਗੂ ਵੀ ਥਾਂ ਥਾਂ ਲੱਗੇ ਹੋਏ ਨੇ, ਪਰ ਪੰਜਾਬ ਦੇ ਵਿੱਚ ਹੋਰ ਕੀ ਕਿਸਮ ਦੀਆਂ ਸਮੱਸਿਆਵਾਂ ਉਤਪੰਨ ਹੋਈਆਂ ਨੇ ਜਿਹਦੇ ਵਿੱਚ ਬਿਜਲੀ ਦਾ ਮਸਲਾ ਹੈ। ਕਿਸਾਨ ਇੱਧਰ ਉਲਝੇ ਹੋਏ ਨੇ, ਥਾਂ ਥਾਂ ਤੇ ਮੁਜ਼ਾਹਰੇ ਲੱਗ ਰਹੇ ਨੇ, ਬਿਜਲੀ ਦੇ ਕੱਟ ਲੰਬੇ ਹੋ ਗਏ ਨੇ ਘਰੇਲੂ ਖੇਤਰਾਂ ਵਿੱਚ ਤੇ ਖੇਤੀਬਾੜੀ ਖੇਤਰ 'ਚ ਬਹੁਤ ਮਾੜਾ ਹਾਲ ਹੈ। ਸਡਨਲੀ ਇੱਥੇ ਦੀ ਕਾਂਗਰਸ ਸਰਕਾਰ ਤੇ ਇੱਥੇ ਦਾ ਬਿਜਲੀ ਵਿਭਾਗ ਜਿਹੜਾ ਉਹ ਇਸ ਤਰ੍ਹਾਂ ਵਿਚਾਰੇ ਜਾਂ ਜਾਪਣ ਲੱਗ ਪਏ ਨੇ ਵੀ ਜਿਵੇਂ ਪਿਛਲੇ ਸਾਲਾਂ ਵਿੱਚ ਕਿਤੇ ਗਰਮੀ ਪਈ ਨਾ ਹੋਈ ਹੋਵੇ ਤੇ ਜਾਂ ਡਿਮਾਂਡ ਇੰਨੀ ਕਦੀ ਵਧੀ ਨਾ ਹੋਵੇ। ਇੱਕ ਗੱਲ ਦਾ ਅੰਦਾਜ਼ਾ ਤੁਸੀਂ ਲਾਓ, ਕੋਵਿਡ ਕਰਕੇ ਕਿੰਨੇ ਸਕੂਲ ਤੇ ਕਿੰਨੀਆਂ ਚੀਜ਼ਾਂ ਬੰਦ ਨੇ ਅਜੇ। ਜੇ ਸਾਰਾ ਕੁਝ ਖੁੱਲਾ ਹੋਵੇ ਤਾਂ ਫੇਰ ਕਿੱਥੇ ਨੂੰ ਜਾਵੇਗਾ। ਅੱਧੀਆਂ ਚੀਜ਼ਾਂ ਤੇ ਬੰਦ ਨੇ ਤੇ ਇੰਡਸਟਰੀ ਵੀ ਜਿਹੜੀ ਆ ਉਹ ਉਨੀ ਤੇਜ਼ੀ ਨਾਲ ਅਜੇ ਚੱਲ ਨਹੀਂ ਰਹੀ ਸਨਅਤ। ਬਿਲਕੁਲ, ਕਿਉਂਕਿ ਅਰਥ ਵਿਵਸਥਾ ਲਈ ਤੇ ਨਹੀਂ ਆਈ। ਸਾਡੀਆਂ ਟ੍ਰੇਨਾਂ ਨਹੀਂ ਚੱਲ ਰਹੀਆਂ, ਹੋਰ ਬਹੁਤ ਕੁਝ ਆ ਜਿਹੜਾ ਨਹੀਂ ਚੱਲ ਰਿਹਾ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਸਰਕਾਰ ਜਿਹੜੀ ਪੰਜਾਬ ਸਰਕਾਰ ਇੰਨੀ ਜ਼ਿਆਦਾ ਮਜਬੂਰੀ ਦੇ ਵਿੱਚ ਆ ਗਈ ਹੈ ਤੇ ਇਹ ਫਿਰ ਇਹਨਾਂ ਦੀ ਜਿਹੜੀ ਫੇਲਿਅਰ ਆ। ਕਿਸਾਨ ਇੱਧਰ ਵੀ ਰੁੱਝੇ ਹੋਏ ਨੇ। ਕਿਸਾਨਾਂ ਨੇ ਖੂਬ ਜਿਹੜੇ ਨੇ ਧਰਨੇ ਪ੍ਰਦਰਸ਼ਨ ਜਿਹੜੇ ਨੇ, ਜਥੇਬੰਦੀਆਂ ਜਿਹੜੀਆਂ ਸਾਡੀ ਕੱਤੇਬੱਤੀ ਜਥੇਬੰਦੀਆਂ ਹਨ ਉਹਨਾਂ ਨੇ ਥਾਂ ਥਾਂ ਤੇ, ਚਾਹੇ ਉਹ ਮਾਲਵੇ ਦੀਆਂ ਹੋਣ ਚਾਹੇ ਦੁਆਬੇ ਦੀਆਂ ਜਾਂ ਮਾਝੇ ਦੀਆਂ, ਉਹਨਾਂ ਨੇ ਇਸ ਦੇ ਖਿਲਾਫ ਲਾਏ ਹੋਏ ਨੇ।
ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਕੁਝ ਥੋੜ੍ਹੀਆਂ ਜਿਹੀਆਂ ਵੱਖਰੀਆਂ ਗੱਲਾਂ ਜਿਹੜੀਆਂ ਨੇ ਇੱਕ ਵਾਰੀ ਫੇਰ ਉਹ ਇਸ਼ਾਰਾ ਕਰ ਰਹੀਆਂ ਨੇ। ਮਨੋਹਰ ਲਾਲ ਖੱਟਰ ਜਿਨ੍ਹਾਂ ਨੇ ਇੱਕ ਅਜੀਬੋ-ਗਰੀਬ ਜਿਹਾ ਬਿਆਨ ਦਿੱਤਾ ਸੀ, ਜੇ ਇਸ ਤਰ੍ਹਾਂ ਦਾ ਥੋੜ੍ਹੇ ਕੁ ਦਿਨਾਂ ਬਾਅਦ ਉਹ ਦਾਗ ਦਿੰਦੇ ਨੇ ਜੀ। ਪਰ ਸਰਕਾਰ ਹੁਣ ਕੁਝ ਹੋਰ ਤਰੀਕੇ ਦੀਆਂ ਚਾਲਾਂ ਚੱਲਣ ਦੀ ਰੌਂ ਦੇ ਵਿੱਚ ਜਾਪਦੀ ਹੈ, ਕਿਸਾਨੀ ਆਗੂਆਂ ਦਾ ਇਹ ਕਹਿਣਾ। ਬਲਬੀਰ ਸਿੰਘ ਰਾਜੇਵਾਲ ਨੇ ਇਹ ਗੱਲ ਆਖਿਆ ਕਿ ਸਾਨੂੰ ਹੁਸ਼ਿਆਰ ਰਹਿਣ ਦੀ ਲੋੜ ਹੈ ਤੇ ਸਾਨੂੰ ਜਦੋਂ 15 ਅਗਸਤ ਆ ਰਿਹਾ ਤੇ ਜੋ ਕਿਤੇ ਸਾਡੇ ਨਾਲ 26 ਜਨਵਰੀ ਨੂੰ ਹੋਇਆ ਸੀ ਤੇ 15 ਅਗਸਤ ਵੀ ਕਿਤੇ ਉਹ ਨਾ ਹੋਵੇ। ਬਿਲਕੁਲ। ਸਰਕਾਰ ਨੇ ਵੀ ਕਹਿੰਦੇ ਤਿਆਰੀਆਂ ਵਿੱਢਣੀਆਂ ਸ਼ੁਰੂ ਕਰ ਦਿੱਤੀਆਂ। ਹੁਣੇ ਤੇ ਉਹਨਾਂ ਨੇ ਪੁਲਿਸ ਤੰਤਰ ਤੇ ਹੋਰ ਖੁਫੀਆ ਜਿੰਨੀਆਂ ਇਹਨਾਂ ਦੀਆਂ ਏਜੰਸੀਆਂ ਹਨ ਸਾਰੀਆਂ ਕਿਸਾਨ ਅੰਦੋਲਨ ਦੇ ਆਸ-ਪਾਸ ਤੇ ਉਸ ਨਾਲ ਆਸੇ-ਪਾਸੇ ਜੁੜੀਆਂ ਹੋਈਆਂ ਗੱਲਾਂ ਤੇ ਲਾ ਦਿੱਤੀਆਂ ਨੇ ਤੇ ਸਰਕਾਰੀ ਸਰਕੂਲਰ ਜਿਹੜਾ ਹੈ ਏਜੰਸੀਆਂ ਨੂੰ ਸੌਂਪਿਆ ਗਿਆ, ਜਿਸ ਦੇ ਵਿੱਚ ਕੁਝ ਗੱਲਾਂ ਦਾ ਜ਼ਿਕਰ ਕੀਤਾ ਗਿਆ। ਉਹ ਜ਼ਿਕਰ ਹੈ ਕਿ ਇਸ ਮੌਕੇ ਤੇ 15 ਅਗਸਤ ਦੇ ਮੌਕੇ ਤੇ ਕੁਝ ਜਿਹੜੀਆਂ ਬਾਹਰ ਦੀਆਂ ਤਾਕਤਾਂ ਹਨ, ਜਿਵੇਂ ਵਿੱਚ ਖਾਲਿਸਤਾਨੀ ਜਥੇਬੰਦੀਆਂ ਹਨ ਜਾਂ ਇਸਲਾਮਿਕ ਜਥੇਬੰਦੀਆਂ ਨੇ, ਉਹ ਕਿਸੇ ਕਿਸਮ ਦਾ ਹਮਲਾ ਕਰਵਾ ਸਕਦੀਆਂ ਨੇ। ਤੇ ਮੈਨੂੰ ਤਾਂ ਯਾਦ ਨਹੀਂ ਕਿ ਪਿਛਲੇ 20-25 ਸਾਲਾਂ ਦੇ ਵਿੱਚ ਕੋਈ ਇਹੋ ਜਿਹਾ ਮੌਕਾ ਆਇਆ ਹੋਵੇ 15 ਅਗਸਤ ਦਾ 26 ਜਨਵਰੀ ਦਾ ਜਦੋਂ ਇਸ ਤਰ੍ਹਾਂ ਦੇ ਸਰਕੂਲਰ ਜਾਂ ਇਸ ਤਰ੍ਹਾਂ ਦੇ ਬਿਆਨ ਪੁਲਿਸ ਨੇ ਜਾਂ ਸਰਕਾਰਾਂ ਨੇ ਨਾ ਦਿੱਤੇ ਹੋਣ ਕਿ ਸਾਨੂੰ ਇਸ ਮੌਕੇ ਤੇ ਖਤਰਾ ਹੈ। ਖਤਰਾ ਕਦੋਂ ਨਹੀਂ ਹੁੰਦਾ। ਡਰੋਨ ਦਾ ਰੌਲਾ ਪਿਆ ਹੋਇਆ ਥਾਂ ਥਾਂ ਤੇ, ਡਰੋਨ ਹੀ ਡਰੋਨ। ਹੁਣ ਰੋਜ਼ ਅਖਬਾਰ ਫੋਲੋ, ਰੋਜ਼ ਖਬਰਾਂ ਚੱਕਰੋ ਫਲਾਨੀ ਜਗ੍ਹਾ ਤੇ ਡਰੋਨ, ਫਲਾਨੀ ਜਗ੍ਹਾ ਤੇ ਡਰੋਨ। ਸਾਡੇ ਕੋਲ ਤਿਆਰੀ ਕੋਈ ਨਹੀਂ ਹੁੰਦੀ। ਅਸੀਂ ਇਸ ਤਰ੍ਹਾਂ ਦਾ ਕਈ ਵਾਰੀ ਸ਼ੋਸ਼ਾ ਜਿਹਾ ਛੱਡ ਦੇਣਾ ਹੁੰਦਾ। ਸੋ ਇਸ ਤਰ੍ਹਾਂ ਦੀਆਂ ਸਰਕਾਰ ਨੇ ਵੀ ਕੋਈ ਤਿਆਰੀਆਂ ਵਿੱਢਣੀਆਂ ਸ਼ੁਰੂ ਕੀਤੀਆਂ ਨੇ ਔਰ ਇਹ ਗੱਲ ਤੇ ਲੁਕਵੇਂ ਅੰਦਾਜ਼ ਵਿੱਚ ਆਖੀ ਗਈ ਕਿ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਕੁਝ ਨਾ ਕੁਝ ਹੋਰ ਵੱਖਰਾ ਹੋ ਸਕਦਾ ਹੈ। ਹੁਣ ਬਲਬੀਰ ਸਿੰਘ ਰਾਜੇਵਾਲ ਹੁਣੀ ਕਹਿੰਦੇ ਨੇ ਕਿ ਜੇ ਕੁਝ ਵੀ ਹੁੰਦਾ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਸਾਡੇ ਵਿੱਚ ਕੋਈ ਇਹੋ ਜਿਹਾ ਅਨਸਰ ਨਹੀਂ ਹੈ ਜਿਹੜਾ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਸਕੇ। ਮਨੋਹਰ ਲਾਲ ਖੱਟਰ ਤੇ ਜਾਂ ਹੋਰ ਜਿਹੜੇ ਮੰਤਰੀ ਜਿਹੜੀਆਂ ਗੱਲਾਂ ਕਰਦੇ ਨੇ ਕਿ ਫਲਾਨੀ ਜਗ੍ਹਾ ਤੇ ਇਸ ਤਰ੍ਹਾਂ ਹੋਇਆ, ਰੇਪ ਦੀ ਘਟਨਾ ਹੈ, ਕਿਸੇ ਨੂੰ ਅਕਲ, ਇਹ ਛੋਟੀਆਂ-ਮੋਟੀਆਂ ਘਟਨਾਵਾਂ ਨੇ। ਇਹਨਾਂ ਦਾ ਕੋਈ ਵੱਡੇ ਪੱਧਰ ਤੇ ਘਟਨਾਵਾਂ ਨਾਲ ਕੋਈ ਸੰਬੰਧ ਨਹੀਂ ਹੈ। ਸਾਨੂੰ ਇਹਨਾਂ ਚੀਜ਼ਾਂ ਨਾਲ ਨਾ ਜੋੜਿਆ ਜਾਵੇ। ਸਾਡੇ ਖੇਤੀ ਕਾਨੂੰਨ ਹੀ ਰੱਦ ਕੀਤੇ ਜਾਣ। ਸ਼ਰਦ ਪਵਾਰ ਦੇ ਬਾਰੇ ਵੀ ਉਹਨਾਂ ਨੇ ਕਹਿ ਦਿੱਤਾ ਬਲਬੀਰ ਸਿੰਘ ਰਾਜੇਵਾਲ ਨੇ ਕਿ ਉਹ ਜੋ ਮਰਜ਼ੀ ਆਖ ਦੇਣ ਪਰ ਅਸੀਂ ਇਹਨਾਂ ਤੋਂ ਘੱਟ ਮੰਨਣਾ ਨਹੀਂ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਇਹ ਰੱਦ ਕਰਵਾ ਕੇ ਹੀ ਸਾਹ ਲਵਾਂਗੇ। ਜੀ। ਜੇ ਉੱਤਰਾਖੰਡ ਦੀ ਗੱਲ ਕਰੀਏ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਅਨਐਕਸਪੈਕਟਡ ਅਸਤੀਫਾ ਦੇ ਦਿੱਤਾ ਕੱਲ। ਇਹ ਅਨਐਕਸਪੈਕਟਡ ਨਹੀਂ ਹੈ। ਹਾਂ, ਇਸ ਕਰਕੇ ਅਨਐਕਸਪੈਕਟਡ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਜੀ। ਪਹਿਲਾਂ ਰਵਿੰਦਰ ਸਿੰਘ ਰਾਵਤ ਸੀ ਤੇ ਫਿਰ ਹਰੀਸ਼ ਰਾਵਤ, ਤਕਰੀਬਨ 115 ਕੋ ਦਿਨ ਮੇਰੇ ਖਿਆਲ ਉਹਨਾਂ ਦੀ ਸਰਕਾਰ ਰਹੀ ਹੈ। ਇੱਕ ਰਾਵਤ ਆਵਤ ਤੇ ਦੂਸਰਾ ਜਾਵਤ, ਇਹੋ ਗੱਲ। ਹੁਣ ਤੇ ਦੋਨੋਂ ਹੀ ਜਾਵਤ ਜੀ। ਤਰਵਿੰਦਰ ਸਿੰਘ ਰਾਵਤ ਨੂੰ ਸ਼ਾਇਦ ਇਸ ਕਰਕੇ ਹਟਾ ਦਿੱਤਾ ਸੀ ਕਿ ਐਂਟੀ ਇਨਕੰਬੈਂਸੀ ਜਿਹੜਾ ਇੱਕ ਮੌਜੂਦਾ ਸਰਕਾਰ ਦੇ ਖਿਲਾਫ ਲੋਕਾਂ ਦਾ ਰੋਹ ਹੁੰਦਾ ਹੈ ਜੀ, ਸ਼ਾਇਦ ਉਸ ਦੇ ਵਿੱਚ ਕੋਈ ਕਮੀ ਆ ਜਾਵੇ ਜਾਂ ਉਸ ਵਿੱਚ ਤੀਰਥ ਸਿੰਘ ਰਾਵਤ ਕੋਈ ਨਵੀਂ ਚੀਜ਼ ਲੈ ਕੇ ਆਉਣ ਤੇ ਭਾਜਪਾ ਦੀ ਕੇਂਦਰੀ ਹਾਈ ਕਮਾਂਡ ਦੇ ਜਾਂ ਲੀਡਰਸ਼ਿਪ ਦੇ ਕਾਫੀ ਨਜ਼ਦੀਕ ਮੰਨੇ ਜਾਂਦੇ ਨੇ, ਲੋਕ ਸਭਾ ਮੈਂਬਰ ਸਨ ਤੇ ਇਹਨਾਂ ਕੋਲ ਕਮਾਂਡ ਸੌਂਪ ਦਈਏ ਤੇ ਧਰਮਿੰਦਰ ਸਿੰਘ ਰਾਵਤ ਨੂੰ ਹਾਲ ਦੀ ਘੜੀ ਪਾਸੇ ਕਰ ਦਈਏ ਤੇ ਇਲੈਕਸ਼ਨਾਂ ਉੱਥੇ ਛੇਤੀ ਹੋਣੀਆਂ ਨੇ। ਸਾਲ ਡੇਢ ਸਾਲ ਦਾ ਸਮਾਂ ਰਹਿੰਦਾ, ਸਾਲ ਕੁ ਦਾ, ਤੇ ਕੁਝ ਨਾ ਕੁਝ ਨਵਾਂ ਹੋਵੇਗਾ ਤੇ ਸਾਨੂੰ ਫੇਰ ਵੋਟਾਂ ਪੈ ਸਕਦੀਆਂ ਨੇ ਜੀ। ਤੀਰਥ ਸਿੰਘ ਰਾਵਤ ਉਹਨਾਂ ਨੇ ਆਪਣੇ 100 ਕੁ ਦਿਨਾਂ ਦੇ ਕਾਰਜਕਾਲ ਦੇ ਵਿੱਚ 5-6 ਵਿਵਾਦਗ੍ਰਸਤ ਟਿੱਪਣੀਆਂ ਦਿੱਤੀਆਂ। ਬਿਲਕੁਲ ਸਾਰੀਆਂ ਦੀ ਨਾ ਗੱਲ ਕਰੀਏ, ਇੱਕ ਜਗ੍ਹਾ ਤੇ ਉਹ ਬੋਲ ਰਹੇ ਸਨ ਉੱਤਰਾਖੰਡ ਦੇ ਵਿੱਚ। ਇੱਕ ਮੈਂ ਹੋਰ ਦੱਸ ਦੇਵਾਂ, ਜਿੰਨੇ ਯੂਪੀ ਤੇ ਉੱਤਰਾਖੰਡ ਨੇ ਸਮੇਂ ਆਪਣੇ ਦੇ ਵਿੱਚ ਕੋਵਿਡ ਦੇ ਵਿੱਚ ਜਿੰਨੀ ਖਿਚਾਈ ਇਹਨਾਂ ਸਰਕਾਰਾਂ ਦੀ ਹੋਈ ਆ, ਹੋਰ ਕਿਸੇ ਸਰਕਾਰ ਦੀ ਭਾਰਤ ਵਿੱਚ ਨਹੀਂ ਹੋਈ ਕਿ ਬਿਲਕੁਲ ਫੇਲ ਹੋਏ ਨੇ ਨਜਿੱਠਣ ਦੇ ਵਿੱਚ। ਤੇ ਦਰਿਆ ਵੱਡੇ ਵੱਡੇ ਇੱਥੋਂ ਲੰਘਦੇ ਨੇ ਤੇ ਉਹਨਾਂ ਦਰਿਆਵਾਂ ਦੇ ਕੰਢਿਆਂ ਤੇ ਜਿਹੜੇ ਦ੍ਰਿਸ਼ ਜਿਹੜੇ ਨੇ ਵੇਖਣ ਨੂੰ ਮਿਲੇ ਨੇ, ਉਹਨਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਉੱਤਰਾਖੰਡ ਉਸ ਦੇ ਵਿੱਚ ਜਵਾਬਦੇਹ ਹੈ। ਕੁੰਭ ਦੇ ਮੇਲੇ ਦੀ ਗੱਲ ਹੋਵੇ ਜਾਂ ਕੁਝ ਵੀ ਹੋਵੇ, ਉੱਤਰਾਖੰਡ ਵਾਲੇ ਜਿਹੜੇ ਨੇ ਮੇਨ ਨਿਸ਼ਾਨੇ ਤੇ ਰਹੇ ਨੇ ਤੇ ਤੀਰਥ ਸਿੰਘ ਰਾਵਤ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਲੱਭਣ ਤੋਂ ਅਸਮਰੱਥ ਰਹੇ। ਇੱਕ ਜਗ੍ਹਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਜਿਵੇਂ ਭਗਵਾਨ ਕ੍ਰਿਸ਼ਨ ਤੇ ਭਗਵਾਨ ਰਾਮ ਨੂੰ ਦੁਨੀਆ ਯਾਦ ਕਰਦੀ ਹੈ, ਇਸੇ ਤਰ੍ਹਾਂ ਨਰਿੰਦਰ ਮੋਦੀ ਨੂੰ ਇਤਿਹਾਸ ਦੇ ਵਿੱਚ ਲੋਕ ਯਾਦ ਕਰਿਆ ਕਰਨਗੇ ਜਿਹੜੀਆਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ। ਉਹ ਪ੍ਰਾਪਤੀਆਂ ਤੇ ਗਣਾਈਆਂ ਨਹੀਂ ਉਹਨਾਂ ਨੇ ਕਿਹੜੀਆਂ ਸੀ, ਪਰ ਉਹਨਾਂ ਨੇ ਗੱਲ ਛੱਡ ਦਿੱਤੀ ਜੀ। ਤੇ ਇੱਕ ਜਗ੍ਹਾ ਤੇ ਉਹ ਬੱਚਿਆਂ ਦੇ ਸੰਬੰਧੀ ਇੱਕ ਪ੍ਰੋਗਰਾਮ ਹੈ, ਬੱਚਿਆਂ ਦੀ ਸਿੱਖਿਆ, ਬੱਚਿਆਂ ਦੇ ਵਿਕਾਸ ਤੇ ਸਾਰਾ ਇੱਕ ਸੈਮੀਨਾਰ ਦੇ ਵਿੱਚ ਬੋਲ ਰਹੇ ਨੇ ਤੇ ਆਪਣੀ ਇੱਕ ਯਾਤਰਾ ਦਾ ਜ਼ਿਕਰ ਕਰਦੇ ਨੇ ਕਿ ਮੈਂ ਇੱਕ ਦਿਨ ਜਹਾਜ਼ ਵਿੱਚ ਬੈਠਾ ਹੋਇਆ ਸੀ ਤੇ ਮੇਰੇ ਨਾਲ ਇੱਕ ਲੜਕੀ ਬੈਠੀ ਹੋਈ ਸੀ, ਉਸਦੇ ਬੱਚੇ ਉਸਦੇ ਨਾਲ ਸੀ ਤੇ ਮੈਂ ਪੁੱਛਿਆ ਕੀ ਕਰਦੀ ਹੈ ਤੇ ਉਹ ਕਹਿੰਦੀ ਮੈਂ ਇੱਕ NGO ਲਈ ਕੰਮ ਕਰਦੀ ਹਾਂ। ਤੇ ਕਹਿੰਦਾ ਮੈਂ ਉਹਨੂੰ ਆਖਿਆ ਕਿ ਤੂੰ ਘਰ ਘਰ ਵੀ ਜਾਂਦੀ ਹੋਵੇਂਗੀ। ਹਾਂਜੀ ਮੈਂ ਜਾਂਦੀ ਹਾਂ। ਤੇ ਫਿਰ ਤੂੰ ਆ ਕਹਿੰਦੇ ਜਿਹੜੀ ਜੀਨਸ ਪਾਈ ਹੋਈ ਆ ਗੋਡਿਆਂ ਤੋਂ ਫਟੀ ਹੋਈ ਹੈ, ਕਿਹੜਾ ਕਲਚਰ ਤੁਸੀਂ ਪ੍ਰਮੋਟ ਕਰ ਰਹੇ ਹੋ? ਤੀਰਥ ਸਿੰਘ ਰਾਵਤ ਨੇ ਕਿਹੜੀ ਕਿਤਾਬ ਵਿੱਚੋਂ ਪੜ੍ਹ ਲਿਆ ਕਿ ਜਿਸ ਦੇ ਗੋਡਿਆਂ ਤੋਂ ਜੀਨ ਫਟੀ ਹੋਈ ਹੋਵੇ ਉਸਨੂੰ ਅਕਲ ਨਹੀਂ ਹੁੰਦੀ ਤਾਂ ਉਹ ਕੋਈ ਕੰਮ ਨਹੀਂ ਕਰ ਸਕਦਾ ਇਸ ਤਰ੍ਹਾਂ ਦਾ? ਬਿਲਕੁਲ ਕਿੱਥੇ ਲਿਖਿਆ?
ਜਾਂ ਤਾਂ ਕੋਈ ਡਰੈਸ ਕੋਡ ਹੋਵੇ ਇਸ ਤਰ੍ਹਾਂ ਦਾ ਐਨਜੀਓ ਬਣਾਉਣ ਤੋਂ ਪਹਿਲਾਂ। ਜਦੋਂ ਕੋਈ ਐਨਜੀਓ ਰਜਿਸਟਰ ਕਰਾਉਂਦਾ ਹੈ ਤੇ ਉਹਨੂੰ ਦੱਸਿਆ ਜਾਵੇ ਕਿ ਭਾਈ ਆਹ ਕੱਪੜੇ ਪਾਉਣੇ ਨੇ ਜੀ। ਬੇਤੁਕਾ ਬਿਆਨ ਸੀ ਉਹਨਾਂ ਦਾ। ਫਿਰ ਵੀ ਉਹਨਾਂ ਨੇ ਇੱਕ ਵਾਰੀ ਨਹੀਂ ਕਈ ਵਾਰੀ ਦਿੱਤੇ। ਹੁਣ ਵੀ ਉਹਨਾਂ ਨੇ ਜਾਂਦੇ ਜਾਂਦੇ ਜਿਹੜੇ ਆਪਣੀਆਂ ਅਸਤੀਫਾ ਦੇਣ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਉਸ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸ਼ਾਬਾਸ਼ ਦਿੱਤੀ ਹੈ, ਪਿੱਠ ਥਾਪੜੀ ਹੈ ਤੇ ਆਪਣੀਆਂ ਇੰਨੇ ਦਿਨਾਂ ਦੀਆਂ ਪ੍ਰਾਪਤੀਆਂ ਗਣਾਤੀਆਂ ਨੇ। ਤੇ ਨਾਲ ਕਹਿ ਦਿੱਤਾ ਕਿ 22,000 ਨੌਕਰੀਆਂ ਤੇ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦਾ ਜਿਹੜਾ ਕੇਂਦਰੀ ਕੋਵਿਡ ਪੈਕੇਜ ਅਸੀਂ ਇੱਥੇ ਜਿਹੜਾ ਉੱਤਰਾਖੰਡ ਦੇ ਵਿੱਚ ਲੈ ਕੇ ਆ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਆ ਜਾਣਾ। ਸੋ ਆਪਣੀਆਂ ਪ੍ਰਾਪਤੀਆਂ ਗਣਾ ਗਏ ਨੇ। ਪਰ ਤੀਰਥ ਸਿੰਘ ਰਾਵਤ ਦੀ ਕਹਾਣੀ ਇੰਨੀ ਸੁਖਾਲੀ ਨਹੀਂ। ਜਿਵੇਂ ਕਿ ਮੀਡੀਆ ਨੂੰ ਦੱਸਿਆ ਜਾ ਰਿਹਾ, ਉਹਨਾਂ ਨੇ ਕਿਹਾ ਕਿ ਸੰਵਿਧਾਨਿਕ ਅੜਚਣਾਂ ਦੇ ਚੱਲਦਿਆਂ ਮੈਂ ਸੂਬੇ ਦਾ ਮੁੱਖ ਮੰਤਰੀ ਬਣਿਆ ਨਹੀਂ ਰਹਿਣਾ ਚਾਹੁੰਦਾ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਜੇ ਕੋਈ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਇਹਦੇ ਨਾਲ ਤੇ ਮੈਂ ਉਸ ਦੇ ਵਿੱਚ ਰਾਹ ਦਾ ਰੋੜਾ ਨਹੀਂ ਬਣਨਾ ਚਾਹੁੰਦਾ। ਉਹਨਾਂ ਦਾ ਭਾਵ ਇਹ ਸੀ ਕਿ ਲੋਕ ਸਭਾ ਮੈਂਬਰ ਨੇ ਉਹ ਜੀ, ਤੇ ਲੋਕ ਸਭਾ ਮੈਂਬਰ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਸ਼ਰਤ ਇਹ ਹੈ ਕਿ 6 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਕੋਈ ਵਿਧਾਨ ਸਭਾ ਦੀ ਸੀਟ ਜਿਹੜੀ ਜਿੱਤਣੀ ਪਏਗੀ। ਜਿਵੇਂ ਕਿ ਮਮਤਾ ਬੈਨਰਜੀ ਵੀ ਆਪਣੀ ਸੀਟ ਹਾਰ ਗਏ ਸਨ ਤੇ ਹੁਣ 6 ਮਹੀਨੇ 'ਚ ਉਹਨਾਂ ਨੂੰ ਦੁਬਾਰਾ ਕੋਈ ਨਾ ਕੋਈ ਚੋਣ ਜਿੱਤਣੀ ਪਏਗੀ। ਬਿਲਕੁਲ। ਇਹਨਾਂ ਨੇ ਉਹ ਅਸਤੀਫਾ ਦੇ ਦਿੱਤਾ, ਚੋਣ ਲੜਨ ਦੀ ਤਿਆਰੀ ਕਰ ਰਹੇ ਸੀ। ਜਿਹੜੀ ਸੀਟ ਇਹਨਾਂ ਨੂੰ ਕੇਂਦਰੀ ਹਾਈ ਕਮਾਂਡ ਦੇ ਰਹੇ ਸੀ ਉਹ ਇਹਨਾਂ ਨੂੰ ਪਸੰਦ ਨਹੀਂ ਸੀ। ਜਿਹੜੀ ਤੇ ਇਹ ਲੜਨਾ ਚਾਹੁੰਦੇ ਸੀ, ਜਿਹੜੇ ਪਹਿਲੇ ਮੁੱਖ ਮੰਤਰੀ ਸੀ ਉਹਨਾਂ ਦੀ ਵਿਧਾਨ ਸਭਾ ਦੀ ਤੇ ਇਹਨਾਂ ਦੀ ਲੋਕ ਸਭਾ ਸੀਟਾਂ ਨੂੰ ਆਪਸ ਵਿੱਚ ਬਦਲੀ ਕਰ ਦਿੱਤਾ ਗਿਆ। ਗੱਦੀਆਂ ਬਦਲੀ ਹੋ ਗਈਆਂ ਤੇ ਉਹ ਹੁਣ ਕਿੱਥੇ ਛੱਡਣ ਲੱਗੇ ਆ। ਪਰ ਨਾਲ ਦੀ ਨਾਲ ਵਿੱਚ ਇਹ ਰੌਲਾ ਪੈ ਗਿਆ ਕਿ ਇਲੈਕਸ਼ਨਾਂ ਤੇ ਇਹਨਾਂ ਦੀਆਂ ਛੇਤੀ ਹੋਣ ਵਾਲੀਆਂ ਨੇ, ਪੰਜਾਬ ਦੇ ਨਾਲ ਹੀ ਹੋ ਸਕਦੀਆਂ ਨੇ ਉੱਤਰਾਖੰਡ ਦੀਆਂ। ਤੇ ਬਣੇਗਾ ਕੀ ਇੰਨੀ ਛੇਤੀ? ਇਲੈਕਸ਼ਨ ਕਮਿਸ਼ਨ ਨੇ ਜੇ ਕਿਤੇ ਨਾ ਮੰਨਿਆ ਕਿ ਇੰਨੀ ਛੇਤੀ ਅਸੀਂ ਇਲੈਕਸ਼ਨਾਂ ਨਹੀਂ ਕਰਵਾਉਣੀਆਂ ਤਾਂ ਫਿਰ ਹਾਸੋ ਹੀਣੀ ਹੋਵੇਗੀ ਜੀ। ਹੁਣ 6 ਮਹੀਨਿਆਂ ਵਾਸਤੇ ਕੋਈ ਨਵਾਂ ਬੰਦਾ ਲੱਭਣ ਦੀ ਤਿਆਰੀ ਹੈ। ਇਹ ਦੱਸਿਆ ਗਿਆ ਕਿ ਸੰਵਿਧਾਨਿਕ ਅੜਚਣ ਹੈ, ਜਦ ਕਿ ਸੰਵਿਧਾਨਿਕ ਅੜਚਣ ਨਹੀਂ ਹੈ। ਉਹ ਸਿਰਫ ਔਰ ਸਿਰਫ ਤੀਰਥ ਸਿੰਘ ਰਾਵਤ ਦੇ ਕੰਮ ਕਰਨ ਦੇ ਤਰੀਕੇ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਪਾਸੇ ਕੀਤਾ ਗਿਆ। ਔਰ ਕੇਂਦਰੀ ਹਾਈ ਕਮਾਂਡ ਨੇ ਸਮਝ ਲਿਆ ਕਿ ਜੇ ਅਗਲੀਆਂ ਚੋਣਾਂ ਦੇ ਵਿੱਚ ਅਸੀਂ ਕਿਸੇ ਜਗ੍ਹਾ ਤੇ ਖਲੋਣਾ ਹੈ ਜਾਂ ਜਿੱਤਣੀਆਂ ਨੇ ਤੇ ਤੀਰਥ ਸਿੰਘ ਰਾਵਤ ਉਸ ਕੰਮ ਵਾਸਤੇ ਫਿੱਟ ਨਹੀਂ ਜੀ। ਇੰਨੀ ਗੱਲ ਹੈ। ਜੇ ਸੰਸਦ ਦੇ ਮੌਨਸੂਨ ਇਜਲਾਸ ਦੀ ਗੱਲ ਕਰੀਏ ਤੇ ਕੀ ਕੁਝ ਨਿਕਲ ਕੇ ਆਉਣ ਦੀਆਂ ਸੰਭਾਵਨਾਵਾਂ ਨੇ? ਸੰਸਦ ਦੇ ਮੌਨਸੂਨ ਇਜਲਾਸ ਦੇ ਵਿੱਚ ਬਹੁਤਾ ਕੁਝ ਕੀ ਨਿਕਲੇਗਾ। ਹਾਲਾਂਕਿ ਲੋਕ ਸਭਾ ਦੇ ਵਿੱਚ ਜਿੰਨੀ ਕੋ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀਆਂ ਦੇ ਹਮਾਇਤੀਆਂ ਦੀ ਗਿਣਤੀ ਹੈ ਜੀ, ਸਹਿਜੇ ਕਿਤੇ ਤਾਂ ਕਿਸੇ ਨੂੰ ਬੋਲਣ ਨਹੀਂ ਦਿੰਦੇ। ਪਰ ਦੂਸਰੇ ਪਾਸਿਓਂ ਜੇ ਕੋਈ ਬੋਲਣਾ ਚਾਹਵੇ ਵੀ ਤਾਂ ਉਸ ਨੂੰ ਰੋਕ ਵੀ ਕੋਈ ਨਹੀਂ ਸਕਦਾ। ਭਗਵੰਤ ਮਾਨ ਨੇ, ਸਾਡੇ ਅਕਾਲੀ ਦਲ ਦੇ ਵੀ ਐਮਪੀ ਨੇ, ਇਹ ਸਾਰੇ ਪੰਜਾਬ ਦੇ ਮੁੱਦੇ ਤਾਂ ਉੱਥੇ ਰੱਖ ਸਕਦੇ ਨੇ। ਹੋਰ ਕਿਹਨਾਂ ਮੁੱਦਿਆਂ ਤੇ ਜ਼ਿਆਦਾ ਜਿਹੜੀ ਗੱਲਬਾਤ ਹੈ ਕੋਵਿਡ ਦੇ ਪ੍ਰਤੀ ਹੋਵੇਗੀ ਜੀ। ਇਸ ਗੱਲ ਦਾ ਸ਼ੰਕਾ ਜਿਹੜਾ ਹੈ ਉਹ ਇੱਕ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ, ਇਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਤੇ ਕੇਂਦਰੀ ਮੰਤਰੀ ਨੇ, ਉਹਨਾਂ ਨੂੰ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨਰਿੰਦਰ ਮੋਦੀ ਜੀ ਵੱਲੋਂ ਜੀ, ਉਹਨਾਂ ਤੋਂ ਸਾਬਤ ਹੁੰਦਾ ਹੈ। ਉਹਨਾਂ ਨੇ ਆਖ ਦਿੱਤਾ ਹੈ ਕਿ ਤੁਸੀਂ ਭਾਈ ਜਿਹੜਾ 13 ਜੁਲਾਈ ਨੂੰ ਸ਼ੁਰੂ ਹੋ ਰਿਹਾ ਤੇ ਇਸ ਦੇ ਵਿੱਚ ਇਹ ਅਗਸਤ ਵਿੱਚ 15 ਅਗਸਤ ਤੋਂ ਪਹਿਲਾਂ ਖਤਮ ਹੋ ਜਾਣਾ ਇਜਲਾਸ। ਇਹ 3 ਸੈਸ਼ਨ ਹੁੰਦੇ ਨੇ ਰਾਜ ਸਭਾ ਦੇ ਤਾਂ ਲੋਕ ਸਭਾ ਦੇ ਵੱਖੋ-ਵੱਖ, ਬਜਟ, ਮਾਨਸੂਨ ਤੇ ਵਿੰਟਰ। ਇਹ ਮਾਨਸੂਨ ਇਜਲਾਸ ਹੈ। ਮਾਨਸੂਨ ਇਜਲਾਸ ਦੇ ਵਿੱਚ ਜ਼ਿਆਦਾ ਉਹਨਾਂ ਨੇ ਇਹ ਗੱਲ ਆਖ ਦਿੱਤੀ ਆਪਣੇ ਮੰਤਰੀਆਂ ਨੂੰ ਕਿ ਤੁਸੀਂ ਭਾਈ ਤਿਆਰੀ ਕਰਕੇ ਆਇਓ। ਕੋਵਿਡ ਦੇ ਪ੍ਰਤੀ ਜਿਹੜੀਆਂ ਵਿਰੋਧੀ ਪਾਰਟੀਆਂ ਕੂੜ ਪ੍ਰਚਾਰ ਸਾਡੇ ਖਿਲਾਫ ਕਰਦੀਆਂ ਰਹੀਆਂ ਨੇ ਉਹਨਾਂ ਦੇ ਜਵਾਬ ਅਸੀਂ ਠੋਕ ਕੇ ਦੇਣੇ ਨੇ। ਤੇ ਜੋ ਸਾਨੂੰ ਅੰਧ ਵਿਸ਼ਵਾਸ ਲੋਕਾਂ ਦੇ ਵਿੱਚ ਫੈਲਾਉਣ ਦੀ ਜਿਹੜੀ ਗੱਲ ਚੱਲਦੀ ਰਹੀ ਆ ਉਹਦੇ ਵੀ ਜਵਾਬ ਅਸੀਂ ਦੇਣੇ ਨੇ। ਹੁਣ ਇਹ ਬਜਟ ਸੈਸ਼ਨ ਤਾਂ ਨਹੀਂ ਹੈ ਪਰ ਬਜਟ ਤੇ ਗੱਲ ਜ਼ਰੂਰ ਹੋਵੇਗੀ। ਸੋ ਮੁੱਦੇ 2-3 ਜਿਹੜੇ ਨੇ ਉਹ ਸ਼ਾਇਦ ਰਹਿਣਗੇ। ਇੱਕ ਤੇ ਕੋਵਿਡ ਦਾ, ਟੀਕਾਕਰਨ ਦਾ, ਨੰਬਰ 2 ਤੇ ਆਰਥਿਕਤਾ ਦੀ ਮੰਦਹਾਲੀ ਦਾ, ਪੈਟਰੋਲ ਡੀਜ਼ਲ ਦਾ ਉਹਦੇ ਵਿੱਚ ਆਵੇਗਾ। ਤੇ ਜੇ ਕੋਈ ਅਗਾਂਹ ਆਇਆ, ਜੇ ਕੋਈ ਹੋਰ ਸਿਆਣਾ ਹੋਇਆ ਤੇ ਇੱਥੋਂ ਪਤਾ ਲੱਗ ਜਾਵੇਗਾ ਕਿੰਨੇ ਕੁ ਸਾਡੇ ਐਮਪੀ ਜਿਹੜੇ ਨੇ ਸੁਹਿਰਦ ਨੇ ਰਾਜ ਸਭਾ ਦੇ ਤੇ ਲੋਕ ਸਭਾ ਦੇ। ਤੇ ਕਿਸਾਨੀ ਅੰਦੋਲਨ ਵੀ ਇਹਦੇ ਵਿੱਚ ਆਉਣਾ ਚਾਹੀਦਾ। ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਮੁੱਦਾ ਹੋਣਾ ਚਾਹੀਦਾ। ਬਿਲਕੁਲ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਜੇ ਹੁਣ ਗੱਲ ਅਫਗਾਨਿਸਤਾਨ ਦੀ ਕਰੀਏ ਤੇ ਅਫਗਾਨਿਸਤਾਨ ਦੇ ਵਿੱਚ ਭਾਰਤ ਦੀ ਸਥਿਤੀ ਇੰਨੀ ਡਾਵਾਡੋਲ ਕਿਉਂ ਆ? ਸਵਲੀਨ, ਅਫਗਾਨਿਸਤਾਨ ਇੱਕ ਅਜਿਹੀ ਬਦਕਿਸਮਤ ਧਰਤੀ ਹੈ ਜੀ, ਉੱਥੇ ਸੁੱਖ ਦਾ ਸਾਹ ਜਿਹੜਾ ਉੱਥੇ ਦੀ ਜਨਤਾ ਨੂੰ ਆਉਂਦਾ ਜਾਪਦਾ ਨਹੀਂ ਅਜੇ ਹੋਰ ਕਈ ਸਾਲ। ਤਕਰੀਬਨ 20 ਕੁ ਸਾਲ ਪਹਿਲਾਂ ਭਾਰਤ ਦਾ ਇੱਕ ਜਹਾਜ਼ ਅਗਵਾ ਕਰਕੇ ਅੱਤਵਾਦੀ ਕੰਧਾਰ ਏਅਰਪੋਰਟ ਤੇ ਲੈ ਗਿਆ। ਪਹਿਲਾਂ ਉਸ ਨੂੰ ਲਾਹੌਰ ਉਤਾਰਨ ਦੀ ਕੋਸ਼ਿਸ਼ ਕੀਤੀ,
ਫਿਰ ਵਾਪਸ ਅੰਮ੍ਰਿਤਸਰ ਤੋਂ ਉਸ ਵਿੱਚ ਤੇਲ ਪਵਾਇਆ। ਦੁਨੀਆ ਦੀ ਕਈ ਏਅਰਪੋਰਟਾਂ ਤੋਂ ਦੁਬਈ ਵਗੈਰਾ ਤੋਂ ਘੁੰਮਦੇ ਹੋਏ ਅਖੀਰ ਕੰਧਾਰ ਆ ਕੇ ਟਿਕ ਗਿਆ। ਜੀ ਕਈ ਦਿਨ ਉਹ ਜਹਾਜ਼ ਰਨਵੇ ਤੇ ਖਲੋਤਾ ਰਿਹਾ। ਮੁਸਾਫਰਾਂ ਵਿੱਚੋਂ 1-2 ਦੀ ਹੱਤਿਆ ਵੀ ਕਰ ਦਿੱਤੀ ਗਈ। ਮੰਗਾਂ ਰੱਖੀਆਂ ਗਈਆਂ 4-5 ਵੱਡੇ ਅੱਤਵਾਦੀਆਂ ਨੂੰ ਛਡਾਉਣ ਦੀਆਂ ਜੋ ਭਾਰਤ ਸਰਕਾਰ ਦੀ ਗ੍ਰਿਫਤ ਵਿੱਚ ਸਨ। ਜੀ ਉਹਨਾਂ ਮੰਗਾਂ ਨੂੰ ਮੰਨਿਆ ਭਾਰਤ ਸਰਕਾਰ ਨੇ ਕਈ ਦਿਨਾਂ ਬਾਅਦ ਤੇ ਆਪਣਾ ਯਾਤਰੂ ਜਹਾਜ਼ ਜਿਹੜਾ ਸੀ ਛਡਾਇਆ। ਭਾਰਤ ਦੇ ਉਸ ਵੇਲੇ ਦੇ ਮੰਤਰੀ ਜਸਵੰਤ ਸਿੰਘ ਭਾਰਤੀ ਜਨਤਾ ਪਾਰਟੀ ਦੇ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੇ ਵਿੱਚ ਉਹ ਗਏ ਤੇ ਉਹਨਾਂ ਨੇ ਅੱਤਵਾਦੀ ਉਹਨਾਂ ਨੂੰ ਸੌਂਪ ਦਿੱਤੇ ਤੇ ਇੱਕ ਨਕਮੀ ਜਿਹੀ ਗੱਡੀ ਦੇ ਵਿੱਚ ਬੈਠ ਕੇ ਉੱਥੋਂ ਭੱਜ ਗਏ। ਬੈਗ ਬੂਗ ਲੈ ਕੇ ਆਪਣੇ ਅਸਲੇ ਵਾਲੇ ਤੇ ਭਾਰਤ ਵਾਲੇ ਜਿਹੜੇ ਸੀ ਸਵਾਰੀਆਂ ਨੂੰ ਲੈ ਕੇ ਵਾਪਸ ਆਏ। ਜੀ ਦੁਨੀਆ ਭਰ ਦੇ ਵਿੱਚ ਦੁਨੀਆ ਨੇ ਦੇਖਿਆ ਇਸ ਨੂੰ। ਭਾਰਤ ਸਰਕਾਰ ਦੀ ਵੀ ਇਸ ਗੱਲ ਦੀ ਨਿਖੇਧੀ ਹੋਈ ਕਿ ਕੋਈ ਸਖਤ ਫੈਸਲਾ ਮੌਕੇ ਸਿਰ ਨਹੀਂ ਲੈ ਸਕੇ ਤੇ ਇਸ ਤਰ੍ਹਾਂ ਅੱਤਵਾਦੀਆਂ ਨੂੰ ਛੱਡਣਾ ਜਾਇਜ਼ ਨਹੀਂ ਸੀ। ਜੀ ਉਹਨਾਂ ਅੱਤਵਾਦੀਆਂ ਦੇ ਵਿੱਚੋਂ 1-2 ਫਿਰ ਉਹ ਸਨ ਜਿਨ੍ਹਾਂ ਨੇ ਫਿਰ 2001 ਦੇ ਵਿੱਚ ਵਰਲਡ ਟ੍ਰੇਡ ਸੈਂਟਰ ਤੇ ਹਮਲਾ ਕੀਤਾ ਜਾਂ ਕਰਵਾਇਆ ਜਾਂ ਉਸ ਦੇ ਮਾਸਟਰਮਾਈਂਡ ਸਨ। ਹੋਰ ਵੀ ਕਈ ਵਾਰਦਾਤਾਂ ਬਹੁਤ ਵੱਡੀਆਂ ਹੋਈਆਂ ਜਿਨ੍ਹਾਂ ਵਿੱਚ ਉਹੀ ਜਿਹੜੇ ਛੱਡੇ ਜਾਣ ਵਾਲੇ ਲੋਕ ਸਨ ਉਹ ਸ਼ਾਮਲ ਸਨ। ਜੀ ਅੱਜ ਵੀ ਪਾਕਿਸਤਾਨ ਦੀ ਧਰਤੀ 'ਚ ਰਹਿ ਰਹੇ ਨੇ। ਪਾਕਿਸਤਾਨ ਦੀ ਇਨਵੋਲਵਮੈਂਟ ਅਫਗਾਨਿਸਤਾਨ 'ਚ ਬਹੁਤ ਰਹੀ ਹੈ। ਮੈਂ ਇਤਿਹਾਸ ਵਿੱਚ ਨਾ ਜਾਵਾਂ, ਭਾਰਤ ਉਸ ਵੇਲੇ ਤੋਂ ਬਹੁਤ ਜ਼ਿਆਦਾ ਦੁਖੀ ਸੀ। ਜੀ ਤਾਲਿਬਾਨ ਸਰਕਾਰ ਸੀ। ਤਾਲਿਬਾਨ ਸਰਕਾਰ ਜਿਹੜੀ ਸੀ ਉਹ ਅਲ ਕਾਇਦਾ ਨੂੰ ਸਪੋਰਟ ਕਰ ਰਹੀ ਸੀ ਤੇ ਹੋਰ ਕਈ ਅੱਤਵਾਦੀ ਜਥੇਬੰਦੀਆਂ ਜਿਹੜੀਆਂ ਸੀ ਉਹ ਤਾਲਿਬਾਨ ਨੂੰ ਸਪੋਰਟ ਕਰਦੀਆਂ ਸਨ ਜਾਂ ਰਲ ਮਿਲ ਕੇ ਚਲਾ ਰਹੇ ਸੀ ਜਾਂ ਤਾਲਿਬਾਨ ਉਹਨਾਂ ਨੂੰ ਸ਼ਹਿ ਦਿੰਦਾ ਸੀ। ਜਦੋਂ ਭਾਰਤ ਨਾਲ ਅਜਿਹਾ ਵਾਪਰਿਆ ਤਾਂ ਦੁਨੀਆ ਦੇ ਬਹੁਤੇ ਮੁਲਕਾਂ ਨੇ ਭਾਰਤ ਦੀ ਕੋਈ ਖਾਸ ਹਮਾਇਤ ਨਾ ਕੀਤੀ ਤੇ ਭਾਰਤ ਵਾਲੇ ਚੁੱਪ ਕਰਕੇ ਜਰ ਗਏ, ਬਹਿ ਗਏ। ਜੀ ਫਿਰ ਜਦੋਂ ਵਰਲਡ ਟ੍ਰੇਡ ਸੈਂਟਰ ਤੇ ਹਮਲਾ ਹੋਇਆ ਤਾਂ ਜਾਰਜ ਡਬਲਿਊ ਬੁਸ਼ ਨੇ ਵੰਗਾਰ ਕੇ ਉਹਨਾਂ ਨੂੰ ਆਖਿਆ ਕਿ ਅਸੀਂ ਅਲ ਕਾਇਦਾ ਨੇ ਤੇ ਹਮਲਾ ਕੀਤਾ ਸਾਡੇ ਤੇ, ਤਾਲਿਬਾਨ ਸਰਕਾਰ ਹੈ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਕਰਵਾਇਆ ਜੀ ਤੇ ਅਸੀਂ ਉਹਨਾਂ ਨੂੰ ਕੰਡੈਮ ਕਰਦੇ ਹਾਂ। ਤੇ ਥੋੜੇ ਮਹੀਨਿਆਂ ਦੇ ਵਿੱਚ ਕਾਰਵਾਈ ਸ਼ੁਰੂ ਹੋ ਗਈ। ਸਾਰਾ ਕੁਝ ਤਹਿਸ ਨਹਿਸ ਕਰ ਦਿੱਤਾ। ਤਾਲਿਬਾਨ ਨੂੰ ਲਾ ਕੇ ਮਾਰਿਆ। ਆਪਣਾ ਵੀ ਨੁਕਸਾਨ ਅਮਰੀਕਾ ਦਾ ਤੇ ਹੋਰ ਯੂਨਾਈਟਿਡ ਫੋਰਸਿਸ ਦਾ ਬਹੁਤ ਜ਼ਿਆਦਾ ਹੋਇਆ ਉੱਥੇ। ਤੇ ਲੰਬਾ ਸਮਾਂ 20 ਸਾਲ ਹੋ ਗਏ ਸਨ ਉਹਨਾਂ ਨੂੰ ਅਫਗਾਨਿਸਤਾਨ ਵਿੱਚ ਤੇ ਹੁਣ ਉੱਥੋਂ ਪੈਰ ਪਿਛਾਂਹ ਖਿੱਚਣ ਦਾ ਜਿਹੜਾ ਸੀ ਉਹ ਕੰਮ ਸ਼ੁਰੂ ਕਰ ਦਿੱਤਾ ਡੋਨਲਡ ਟਰੰਪ ਸਾਹਿਬ ਨੇ। ਜੋ ਬਾਈਡਨ ਆ ਗਏ ਨੇ ਉਹਨਾਂ ਨੇ ਥੋੜੀ ਜਿਹੀ ਤੇ ਗੱਲ ਹੋਈ। ਤਾਲਿਬਾਨ ਜਿਸ ਨੂੰ ਕੰਡੈਮ ਕੀਤਾ ਤੇ ਤਾਲਿਬਾਨ ਦੇ ਆਗੂਆਂ ਨੂੰ ਮਾਰ ਕੇ ਭਜਾ ਕੇ ਮੁਕਾਇਆ। ਜੀ ਉਸੇ ਤਾਲਿਬਾਨ ਨਾਲ ਫਿਰ ਦੋਹਾ ਕਤਰ ਦੇ ਵਿੱਚ ਗੱਲਬਾਤ ਹੋਈ ਅਮਰੀਕਾ ਸਰਕਾਰ ਦੀ ਜਿਸ ਦੇ ਵਿੱਚ ਇਹ ਤੈਅ ਹੋਇਆ ਕਿ ਤੁਸੀਂ ਸਾਡੇ ਤੇ ਹਮਲੇ ਨਹੀਂ ਕਰੋਗੇ ਤੇ ਅਸੀਂ ਇਸ 1 ਮਈ 2021 ਤੱਕ ਜਿਹੜਾ ਹੈ ਦੇਸ਼ ਤੁਹਾਡਾ ਖਾਲੀ ਕਰ ਦੇਵਾਂਗੇ, ਤੁਸੀਂ ਇੱਥੇ ਜੋ ਮਰਜ਼ੀ ਕਰੋ। ਜੀ ਕੁਝ ਸ਼ਰਤਾਂ ਉਹਨਾਂ ਤੋਂ ਹੋਰ ਮਨਵਾਈਆਂ ਗਈਆਂ। ਜਿਸ ਤਰ੍ਹਾਂ ਦਾ ਤਿੱਖਾ ਕਾਨੂੰਨ ਸ਼ਰੀਅਤ ਦਾ ਤੁਸੀਂ ਪਹਿਲਾਂ ਲਾਗੂ ਕਰਦੇ ਸੋ ਉਸ ਤਰ੍ਹਾਂ ਦਾ ਨਹੀਂ ਕਰੋਗੇ। ਹੋਰ ਜਿਹੜੀਆਂ ਸ਼ਰਤਾਂ ਹੋਣਗੀਆਂ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨਾਲ ਹੋਈਆਂ। ਅਮਰੀਕਾ ਦੇ ਵਿੱਚ ਇਸ ਗੱਲ ਦੀ ਜਿਹੜੀ ਸੀ ਲੋਕਾਂ ਨੇ ਇੱਕ ਫੌਜ ਵੱਲੋਂ ਤੇ ਹੋਰਨਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਸਾਡੇ ਜਿਹੜੇ ਫੌਜੀ ਉੱਥੇ ਰੋਜ਼ਾਨਾ ਮਾਰੇ ਜਾਂਦੇ ਨੇ ਘੱਟੋ ਘੱਟ ਉਸ ਚੀਜ਼ ਤੇ ਉਹਦਾ ਛੁਟਕਾਰਾ ਮਿਲਿਆ। ਜੀ ਤੇ ਅਸੀਂ ਹੁਣ ਠੇਕਾ ਥੋੜ੍ਹਾ ਲਿਆ ਹੋਇਆ ਬਾਕੀ ਦੁਨੀਆ ਦਾ। ਅਸੀਂ ਵੀ ਆਪਣੇ ਘਰ ਨੂੰ ਚੱਲੀਏ, ਅਸੀਂ ਆਪਣਾ ਮਤਲਬ ਹੱਲ ਕਰ ਲਿਆ। ਬਿਨ ਲਾਦਨ ਨੂੰ ਮਾਰ ਦਿੱਤਾ ਅਸੀਂ। ਸਾਰੀਆਂ ਗੱਲਾਂ ਹੋ ਗਈਆਂ, ਪੈਰ ਪਿਛਾਂਹ ਖਿੱਚ ਲਿਆ। ਜਰਮਨੀ ਇੰਗਲੈਂਡ ਨੇ ਵੀ ਫੌਜਾਂ ਵਾਪਸ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਤਾਲਿਬਾਨ ਹੁਣ ਫਿਰ ਤਕੜਾ ਹੋ ਰਿਹਾ। ਸਰਕਾਰ ਅਫਗਾਨਿਸਤਾਨ ਦੇ ਵਿੱਚ ਹੁਣ ਉਹ ਸੀ ਜਿਹੜੀ ਅਮਰੀਕਾ ਤੇ ਉਹਨਾਂ ਦੇ ਸਹਿਯੋਗੀਆਂ ਨੇ ਤੇ ਭਾਰਤ ਵੀ ਉਸ ਦੇ ਵਿੱਚ ਸ਼ਾਮਲ ਸੀ ਉਹ ਬਣਾਈ ਹੋਈ ਸੀ। ਹਾਮਿਦ ਕਰਜ਼ਈ ਜਿਹੜੇ ਨੇ ਉਹ ਰਾਸ਼ਟਰਪਤੀ ਤੇ ਉਹਨਾਂ ਨੂੰ ਹੁਣ ਤਾਲਿਬਾਨ ਦਾ ਖਤਰਾ ਪੂਰਾ ਹੁਣ ਪੈ ਗਿਆ। ਤਾਲਿਬਾਨ 1 ਤੇ 2 3 4 ਰੋਜ਼ ਨਵੇਂ ਜ਼ਿਲ੍ਹਿਆਂ ਤੇ ਕਬਜ਼ਾ ਕਰਦਾ ਜਾ ਰਿਹਾ ਤੇ ਕਈ ਅਜਿਹੇ ਜ਼ਿਲ੍ਹੇ ਹਨ, ਕਈ ਅਜਿਹੇ ਸ਼ਹਿਰ ਹਨ ਜਿਨ੍ਹਾਂ ਤੇ ਪੂਰਨ ਰੂਪ ਦੇ ਵਿੱਚ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ। ਜੀ ਤਾਲਿਬਾਨ ਹਾਲਾਂਕਿ ਇਹ ਆਖਿਆ ਜਾ ਰਿਹਾ ਕਿ ਪਹਿਲਾਂ ਵਾਲੀ ਤਾਲਿਬਾਨ ਨਹੀਂ, ਪਰ ਅੰਦਰੂਨੀ ਸੂਤਰ ਜਿਹੜੇ ਨੇ ਉਹ ਦੱਸਦੇ ਨੇ ਕਿ ਤਾਲਿਬਾਨ ਹੀ ਹੈ। ਤਾਲਿਬ ਲਫ਼ਜ਼ ਅਸਲ ਵਿੱਚ ਉਰਦੂ ਜਾਂ ਫਾਰਸੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਇੱਕ ਸਿਖਾਂਦਰੂ ਕਹਿ ਸਕਦੇ ਜਾਂ ਕੋਈ ਸਿੱਖਣ ਦਾ ਜਾਂ ਗਿਆਨ ਹਾਸਲ ਕਰਨ ਦੀ ਜਿਹੜਾ ਵਿਅਕਤੀ ਹੋਵੇ ਉਹ ਹੋਵੇ। ਤਾਲਿਬ ਇਲਮ ਜਿਹਨੂੰ ਗਿਆਨ ਹੈ, ਤਾਲਿਬ ਇਲਮ ਵਿਦਿਆਰਥੀ। ਤਾਲਿਬ ਜਿਹੜੀ ਹੈ ਤਾਲਿਬਾਨ ਹੈ ਵਿਦਿਆਰਥੀਆਂ ਦੀ ਜਮਾਤ ਆਖੀ ਗਈ, ਪਰ ਕਿਹੜੇ ਵਿਦਿਆਰਥੀਆਂ ਦੀ ਜਮਾਤ? ਸ਼ਰੀਅਤ ਦੇ ਕਾਨੂੰਨ ਦੀ। ਮਦਰਸੇ ਬਣਾ ਕੇ ਉਹਨਾਂ ਨੂੰ ਇਸਲਾਮਿਕ ਲਾ ਜਿਹੜਾ ਹੈ ਸ਼ਰੀਅਤ ਦਾ ਉਹ ਪੜਾਇਆ ਜਾਂਦਾ। ਤਾਲਿਬਾਨ ਵਾਲੇ ਅੱਜ ਵੀ ਕਹਿੰਦੇ ਨੇ ਕਿ ਲੜਕੀਆਂ ਨੂੰ ਸਿੱਖਿਆ ਅਸੀਂ ਦੇਵਾਂਗੇ ਪਰ ਲੜਕੀਆਂ ਨੂੰ ਆਪਣੇ ਜ਼ਾਬਤੇ 'ਚ ਰਹਿਣਾ ਪਏਗਾ, ਪਰਦੇ 'ਚ ਰਹਿਣਾ ਪਏਗਾ। ਬੇਪਰਦਾ ਲੜਕੀ ਨਾਲ ਕੋਈ ਮਰਦ ਗੱਲ ਨਹੀਂ ਕਰ ਸਕਦਾ। ਇਸ ਤਰ੍ਹਾਂ ਦੇ ਕਾਨੂੰਨ ਨੇ। ਉਹਨਾਂ ਦੀ ਬਹੁਤ ਜ਼ਿਆਦਾ ਵਿਰੋਧਤਾ ਇੱਕ ਵਾਰੀ ਪਹਿਲਾਂ ਵੀ ਹੋਈ ਸੀ ਵਰਲਡ ਟ੍ਰੇਡ ਸੈਂਟਰ ਤੇ ਹਮਲੇ ਤੋਂ ਪਹਿਲਾਂ, ਜਦੋਂ ਬੁੱਧ ਦੀਆਂ ਮੂਰਤੀਆਂ ਇੱਕ ਜਗ੍ਹਾ ਤੇ ਉੱਚੀਆਂ ਲੱਗੀਆਂ ਹੋਈਆਂ ਸੀ ਪਹਾੜ ਦੇ ਨਾਲ, ਉਹ ਤਹਿਸ ਨਹਿਸ ਕਰਕੇ ਢਾਹ ਦਿੱਤੀਆਂ ਸਨ ਕਿ ਸਾਡੇ ਕਲਚਰ, ਸਾਡੇ ਸਮਾਜ, ਸਾਡੇ ਧਰਮ ਦੇ ਨਾਲ ਵਿੱਚ ਇਹਨਾਂ ਦਾ ਕੋਈ ਕੰਮ ਨਹੀਂ। ਦੁਨੀਆ ਭਰ ਦੇ ਵਿੱਚ ਉਹਨਾਂ ਦੀਆਂ ਇਸ ਗੱਲ ਤੇ ਕਾਫੀ ਨਿਖੇਧੀ ਹੋਈ ਕਿ ਤੁਸੀਂ ਇੱਕ ਸ਼ਾਂਤੀ ਦੇ ਪ੍ਰਤੀਕ ਭਗਵਾਨ ਬੁੱਧ ਦੀਆਂ ਮੂਰਤੀਆਂ ਨੂੰ ਤੋੜਨ ਦਾ ਤੁਹਾਡਾ ਕੀ ਕੰਮ ਹੈ? ਦੁਨੀਆ ਖਲੋਈ ਨਹੀਂ ਫਿਰ ਉਹਨਾਂ ਦੇ ਨਾਲ। ਹੁਣ ਤਾਲਿਬਾਨ ਫਿਰ ਉੱਥੇ ਸਟਰੋਂਗ ਹੋ ਰਿਹਾ। ਅਮਰੀਕਾ ਨੇ ਹੱਥ ਖੜੇ ਕਰ ਦਿੱਤੇ ਤੇ ਤਾਲਿਬਾਨ ਦੇ ਜਿਹੜੇ ਕਮਾਂਡਰ ਨੇ ਉਹ ਕਹਿੰਦੇ ਨੇ ਕਿ ਸਾਡੀ ਜਿੱਤ ਹੋਈ ਹੈ ਅਖੀਰ ਇਸ ਲੜਾਈ ਦੇ ਵਿੱਚ। ਬੰਦੇ ਭਾਵੇਂ ਸਾਡੇ ਮਾਰੇ ਗਏ ਹੋਣ,
ਸਾਨੂੰ ਪਹਿਲਾਂ ਰੂਸ ਨੇ ਲਤਾੜਿਆ, ਫਿਰ ਅਮਰੀਕਾ ਨੇ ਲਤਾੜਿਆ, ਸਾਰੇ ਇੱਥੋਂ ਭੱਜ ਗਏ ਨੇ। ਅੱਜ ਅਸੀਂ ਫਿਰ ਪੈਰਾਂ ਤੇ ਖੜੇ ਹਾਂ। ਜੀ ਭਾਰਤ ਦੀ ਸਥਿਤੀ ਇਸ ਕਰਕੇ ਡਾਮਾਡੋਲ ਹੈ ਸਵਲੀਨ ਜੀ, ਕਿ ਭਾਰਤ ਨੇ ਜਦੋਂ ਤੋਂ ਉੱਥੇ ਜਿਹੜੀ ਹਾਮਿਦ ਕਰਜ਼ਾਈ ਦੀ ਸਰਕਾਰ ਬਣੀ ਹੈ, ਜਿਹੜੀ ਇਹਨਾਂ ਨੇ ਆਪਣੇ ਤਰੀਕੇ ਨਾਲ ਪੱਛਮੀ ਦੇਸ਼ਾਂ ਨੇ ਤੇ ਭਾਰਤ ਨੇ ਹੋਰਨਾਂ ਨੇ ਆਪਣੇ ਸਹਿਯੋਗ ਨਾਲ ਬਣਾਈ ਸੀ, ਤਾਲਿਬਾਨ ਨੂੰ ਲਾ ਕੇ ਉੱਥੋਂ ਉਹਦੇ ਹੁਣ ਦਿਨ ਜਿਹੜੇ ਨੇ ਪੁੱਗਦੇ ਨਜ਼ਰ ਆ ਰਹੇ ਨੇ ਤੇ ਅਫਗਾਨਿਸਤਾਨ ਖਾਨਾ ਜੰਗੀ ਵੱਲ ਨੂੰ ਜਾ ਰਿਹਾ। ਭਾਰਤ ਨੇ ਕਈ ਅਰਬਾਂ ਡਾਲਰਾਂ ਦਾ ਨਿਵੇਸ਼ ਕੀਤਾ ਇਸ ਸਮੇਂ ਦੇ ਵਿੱਚ ਜੀ ਉੱਥੇ ਪੁਲ ਵੀ, ਇੰਸਟੀਚਿਊਸ਼ਨ ਵੀ, ਹਸਪਤਾਲ ਵੀ, ਪਤਾ ਨਹੀਂ ਕੀ ਬਣਾ ਕੇ ਭਾਰਤੀ ਕੰਪਨੀਆਂ ਉੱਥੇ ਇਸ ਵੇਲੇ ਬਹੁਤ ਖੇਤਰਾਂ 'ਚ ਕੰਮ ਕਰ ਰਹੀਆਂ ਨੇ। ਇੱਕ ਅੰਦਾਜ਼ੇ ਮੁਤਾਬਕ ਭਾਰਤ ਦੇ ਇਸ ਵੇਲੇ 1700 ਕਾਮੇ ਉੱਥੇ ਦੱਸੇ ਜਾ ਰਹੇ ਨੇ ਜੀ ਤੇ ਉਹਨਾਂ ਵਿੱਚੋਂ ਬਹੁਤਿਆਂ ਦੀ ਹਾਲਤ ਪਤਲੀ ਹੋ ਚੁੱਕੀ ਹੈ। ਐਮਬੈਸੀਆਂ ਦੇ ਵਿੱਚ ਕਹਿੰਦੇ ਜੇਲ੍ਹ ਵਰਗੀ ਸਥਿਤੀ ਬਣ ਗਈ ਹੈ। ਜਿੰਨੇ ਭਾਰਤੀ ਕਾਮੇ ਜਿਹੜੇ ਵੱਡੇ ਸ਼ਹਿਰਾਂ ਵਿੱਚ ਦਫ਼ਤਰਾਂ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਖਾਸ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਕਿ ਤੁਸੀਂ ਬਹੁਤ ਜ਼ਿਆਦਾ ਲੋੜ ਪੈਣ ਤੇ ਬਹੁਤ ਜ਼ਿਆਦਾ ਸਿਕਿਉਰਿਟੀ ਲੈ ਕੇ ਫਿਰ ਤੁਸੀਂ ਸ਼ਹਿਰ ਦੇ ਵਿੱਚੋਂ ਨਿਕਲੋ, ਅਵਲ ਤੇ ਜਾਓ ਨਾ, ਲੋੜ ਪੈਂਦੀ ਹੈ ਤੇ ਹਵਾਈ ਸਫ਼ਰ ਕਰੋ, ਸੜਕਾਂ ਤੇ ਕੋਈ ਵੀ ਜਗ੍ਹਾ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ। ਜੀ ਹੁਣ ਭਾਰਤ ਨੂੰ ਉੱਥੇ ਆਪੋ ਆਪਣੀ ਪਈ ਹੋਈ ਹੈ ਕਿ ਇੰਨੇ ਅਰਬਾਂ ਡਾਲਰਾਂ ਦਾ ਨਿਵੇਸ਼ ਜਿਹੜਾ ਉੱਥੇ ਹੁਣ ਤੱਕ ਕੀਤਾ, ਇੱਕ ਤੇ ਉਹ ਖੂਹ 'ਚ ਪੈਂਦਾ ਨਜ਼ਰ ਆ ਰਿਹਾ। ਬਿਲਕੁਲ। ਦੂਸਰੇ ਜਿਹੜੇ 1500 1600 1700 ਉੱਥੇ ਕੰਮ ਕਰ ਰਹੇ ਭਾਰਤੀ ਨੇ, ਕੀ ਪਤਾ ਕਦੋਂ ਕਿਸ ਨੂੰ ਅਗਵਾ ਕਰ ਲਿਆ ਜਾਵੇ। ਥੋੜੇ ਦਿਨ ਪਹਿਲਾਂ ਭਾਰਤੀ ਪ੍ਰੋਫੈਸਰ ਨੂੰ ਅਗਵਾ ਕੀਤਾ ਗਿਆ। ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਉੱਥੇ ਹੋਣਗੀਆਂ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਅਫਗਾਨਿਸਤਾਨ ਇੱਕ ਵਾਰੀ ਫੇਰ ਖਾਨਾ ਜੰਗੀ ਦੇ ਰਾਹ ਤੇ ਚੱਲ ਪਿਆ ਤੇ ਉਹ ਦਿਨ ਦੂਰ ਨਹੀਂ ਜਦੋਂ ਕਾਬਲ ਦੇ ਵਿੱਚ, ਰਾਜਧਾਨੀ ਦੇ ਵਿੱਚ ਉਹਨਾਂ ਦਾ ਕਬਜ਼ਾ ਹੋ ਜਾਵੇਗਾ ਤੇ ਉਹ ਪੱਛਮੀ ਦੇਸ਼ਾਂ ਦੁਆਰਾ ਚੁਣੀ ਗਈ ਸਰਕਾਰ ਜਿਹੜੀ ਆ ਉਸ ਨੂੰ ਲਾ ਕੇ ਪਰਾਂ ਮਾਰਨਗੇ ਤੇ ਤਾਲਿਬਾਨ ਇੱਕ ਵਾਰੀ ਫੇਰ ਉੱਥੇ ਰਾਜ ਕਰਨਗੇ। ਜੀ ਸੋ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ। ਭਾਰਤ ਦੀ ਸਥਿਤੀ ਇਹ ਹੈ ਕਿ ਸਾਰਾ ਕੁਝ ਕੋਲੋਂ ਖਰਚ ਕੇ, ਸਾਰਾ ਕੁਝ ਲਾ ਕੇ, ਜਦੋਂ ਭਾਰਤ ਦੇ ਵਿੱਚ ਇਹਨੇ ਇਨਫਰਾਸਟ੍ਰਕਚਰ ਬਿਲਡਅਪ ਕਰਨ ਦੀ ਲੋੜ ਸੀ, ਭਾਰਤ ਨੇ ਇੱਕ ਨਵੀਂ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਦੇ ਦੂਸਰੇ ਸਿਰੇ ਤੇ ਜਾ ਕੇ ਕਿ ਸਾਡਾ ਕੋਈ ਥਾਂ ਟਿਕਾਣਾ ਹੋਵੇ। ਅਫਗਾਨਿਸਤਾਨ ਦੀ ਹਰ ਪਾਸਿਓਂ ਮਦਦ ਕੀਤੀ। ਉਸ ਦੇ ਸਰਕਾਰ ਦੇ ਜਿਹੜੇ ਰਾਸ਼ਟਰਪਤੀ ਨੇ ਪਾਕਿਸਤਾਨ ਨਾਲ ਭਾਵੇਂ ਸਾਡਾ ਸੰਬੰਧ ਕੋਈ ਨਾ ਹੋਵੇ, ਪਾਕਿਸਤਾਨ ਦੀ ਕ੍ਰਿਕਟ ਦੀ ਟੀਮ ਨਾਲ ਅਸੀਂ ਭਾਵੇਂ ਕੋਈ ਮੈਚ ਖੇਡੀਏ ਨਾ ਖੇਡੀਏ, ਪਰ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੂੰ ਅਸੀਂ ਟ੍ਰੇਨਿੰਗ ਵੀ ਦੇ ਰਹੇ ਹਾਂ, ਪੈਸੇ ਵੀ ਦੇ ਰਹੇ ਹਾਂ, ਉਹਨਾਂ ਨੂੰ ਖੇਡ ਮੈਦਾਨ ਵੀ ਦੇ ਰਹੇ ਹਾਂ ਤੇ ਉਹਨਾਂ ਨੂੰ ਪੱਕੇ ਜਿਹੜੇ ਸੀ ਇੱਕ ਟਿਕਾਣੇ ਸੀ ਦਿੱਤੇ ਹੋਏ ਸਨ। ਇਸੇ ਤਰ੍ਹਾਂ ਉੱਥੇ ਦੇ ਰਾਸ਼ਟਰਪਤੀ ਇੱਥੇ ਦੇ ਵਿਸ਼ੇਸ਼ ਮਹਿਮਾਨ ਬਣ ਕੇ ਵੀ ਆਉਂਦੇ ਨੇ। ਉਹ ਗੱਲਾਂ ਹੁਣ ਬਹੁਤੀ ਦੇਰ ਚੱਲਣ ਵਾਲੀਆਂ ਨਹੀਂ। ਭਾਰਤ ਸਰਕਾਰ ਦੇ ਜਿਹੜੇ ਖਰਚੇ ਹੋਏ ਇੰਨੇ ਡਾਲਰ ਨੇ ਉਹ ਕਿਸੇ ਅਰਥ ਨਹੀਂ ਹਨ। ਇਹ ਇਹੋ ਜਿਹੀ ਸਥਿਤੀ ਬਣਦੀ ਨਜ਼ਰ ਆ ਰਹੀ ਜੀ। ਕੁਲਦੀਪ ਜੀ, ਪੱਛਮੀ ਬੰਗਾਲ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ, ਚਾਹੇ ਉਹ ਅੰਦੋਲਨਕਾਰੀ ਕਿਸਾਨਾਂ ਕਰਕੇ ਹੋਵੇ, ਚਾਹੇ ਵਿਧਾਨ ਸਭਾ ਚੋਣਾਂ ਕਰਕੇ, ਚਾਹੇ ਰਾਜਪਾਲ ਦੀ ਮਮਤਾ ਬੈਨਰਜੀ ਨਾਲ ਖੜਕਾ ਦੜਕੇ ਕਰਕੇ ਹੋਵੇ। ਹੁਣ ਉੱਥੇ ਖਬਰ ਆਈ ਹੈ ਕਿ ਰਾਜਪਾਲ ਧਨਖੜ ਦੇ ਖਿਲਾਫ ਵਿਧਾਇਕ ਖੜੇ ਹੋ ਗਏ ਨੇ। ਰਾਜਪਾਲ ਧਨਖੜ ਦੇ ਖਿਲਾਫ ਵਿਧਾਇਕ ਖੜੇ ਹੋ ਗਏ ਨੇ, ਗੱਲ ਸੱਚ ਹੈ, ਪਰ ਇਸ ਵਾਰੀ ਸਥਿਤੀ ਥੋੜੀ ਜਿਹੀ ਉਲਟੀ ਹੋਈ ਹੈ। ਅੱਛਾ। ਹੁਣ ਰਾਜਪਾਲ ਦੇ ਖਿਲਾਫ ਸਰਕਾਰ ਸੂਬੇ ਦੀ ਇਸ ਤਰ੍ਹਾਂ ਬੋਲੇ ਖੁੱਲ ਕੇ, ਇਹ ਬਹੁਤ ਘੱਟ ਨਜ਼ਰ ਆਉਂਦਾ ਹੈ। ਹੋ ਤਾਂ ਜਾਂਦੀ ਹੈ ਗਹਿਮਾ ਗਹਿਮੀ ਕਈ ਵਾਰੀ, ਮਾੜੇ ਮੋਟੇ ਫੈਸਲਿਆਂ ਤੇ ਜਾਂ ਦਬੀਬਾਜ਼ ਦੇ ਵਿੱਚ ਕਹਿ ਦਿੰਦੇ ਨੇ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਕਿਤੇ ਕਿਸੇ ਸਟੇਟ ਦੇ ਕਿ ਦੇਖੋ ਜੀ ਸਾਡੇ ਨਾਲ ਇਸ ਤਰ੍ਹਾਂ, ਇਹਨਾਂ ਨੂੰ ਇਸ ਤਰ੍ਹਾਂ ਫੈਸਲਾ ਲੈਣਾ ਚਾਹੀਦਾ ਸੀ, ਆਹ ਚਾਹੀਦਾ ਸੀ। ਪਰ ਇੰਨੀ ਜ਼ਿਆਦਾ ਕਾਟੋ ਕਲੇਸ਼ ਜਿਹੜਾ ਹੈ ਸ਼ਾਇਦ ਪਹਿਲਾਂ ਨਾ ਕਿਤੇ ਪਿਆ ਹੋਵੇ। ਪੱਛਮੀ ਬੰਗਾਲ ਦੇ ਵਿੱਚ ਤਾਜੀ ਸਰਕਾਰ ਬਣੀ ਹੈ ਮਮਤਾ ਬੈਨਰਜੀ ਦੀ, ਤੇ ਹੁਣ ਉੱਥੇ ਜਿਹੜਾ ਪਹਿਲਾ ਅਸੈਂਬਲੀ ਦਾ ਸੈਸ਼ਨ ਜਿਹੜਾ ਜਿੱਤ ਤੋਂ ਬਾਅਦ ਉਹ ਸ਼ੁਰੂ ਹੋਇਆ। ਇੰਨੀ ਵੱਡੀ ਜ਼ੋਰਦਾਰ ਤਰੀਕੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਬੀਬੀ ਨੇ। ਤੇ ਜਦੋਂ ਫਿਰ ਅਸੈਂਬਲੀ ਦੇ ਵਿੱਚ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ, ਰਾਜਪਾਲ ਦੇ ਧੰਨਵਾਦੀ ਭਾਸ਼ਣ ਦੇ ਨਾਲ ਉਹਨਾਂ ਨੇ ਸ਼ੁਰੂ ਕਰਨਾ ਹੁੰਦਾ ਹੈ, ਤੇ ਉਸ ਵਿੱਚ ਉਹ ਬੇਸਿਕਲੀ ਜਿਹੜੀ ਰਵਾਇਤ ਹੈ ਭਾਰਤ ਦੇ ਵਿੱਚ ਇਹੋ ਹੀ ਹੈ ਕਿ ਜਦੋਂ ਸੂਬੇ ਦੇ ਰਾਜਪਾਲ ਨੇ ਬੋਲਣਾ ਹੋਵੇ ਤਾਂ ਉਸ ਨੂੰ ਇੱਕ ਜਿਹੜੀ ਉਸ ਦਾ ਭਾਸ਼ਣ ਜਿਹੜਾ ਸੌਂਪਿਆ ਜਾਂਦਾ ਹੈ ਉਹ ਤਕਰੀਬਨ ਜਿਹੜਾ ਹੈ ਉਹ ਸੂਬੇ ਦੀ ਸਰਕਾਰ ਵੱਲੋਂ ਹੀ ਦਿੱਤਾ ਗਿਆ ਹੁੰਦਾ ਕਿ ਤੁਸੀਂ ਸਾਡੀਆਂ ਸਰਕਾਰ ਦੀਆਂ ਆ ਗੱਲਾਂ ਜਿਹੜੀਆਂ ਨੇ ਗਿਣਾਉਣੀਆਂ ਨੇ ਤੇ ਜਿਹੜੇ ਕੰਮ ਕੀਤੇ ਗਏ ਨੇ ਉਹ ਗਿਣਾਉਣੇ ਨੇ ਤੇ ਜਿਹੜੇ ਅਗਲੇ ਕਰਨੇ ਨੇ ਉਹ ਗਿਣਾਉਣੇ ਨੇ ਤੇ ਹੋਰ ਮਾੜੀ ਮੋਟੀ ਗੱਲ ਕਰਨੀ ਆ। ਹੁਣ ਰਾਜਪਾਲ ਕਸੂਤੀ ਸਥਿਤੀ ਵਿੱਚ ਫਸ ਗਏ। ਉਹਨਾਂ ਦੀ ਤਾਂ ਉਹ ਗੱਲ ਬਣ ਗਈ ਕਿ ਉਹ ਹੁਣ ਜੇ ਉਹਨਾਂ ਨੂੰ ਤੇ ਮੋਗਾ ਮੋਇਤਰਾ ਨੇ ਕਹਿ ਦਿੱਤਾ ਸੀ ਕਿ ਅੰਕਲ ਜੀ ਤੁਸੀਂ ਬੜੀ ਪੱਕੀ ਜੌਬ ਲੱਭੀ ਹੋਈ ਆ, ਤੁਸੀਂ ਰਹਿਣ ਦਿਓ ਹੁਣ ਇੱਥੇ ਬੰਗਾਲ ਨੂੰ, ਤੁਸੀਂ ਜਾਓ ਦਿੱਲੀ, ਤੁਸੀਂ ਇੱਥੇ ਤੁਹਾਡੀ ਭਾਜਪਾ ਨਾਲ ਖੂਬ ਬਣਦੀ ਹੈ ਤੇ ਤੁਸੀਂ ਜਾ ਸਕਦੇ ਹੋ। ਅੰਕਲ ਜੀ ਕਹਿ ਕੇ ਉਹਨਾਂ ਨੇ ਬੱਸ ਕਰਵਾ ਦਿੱਤੀ ਰਾਜਪਾਲ ਦੀ, ਤੇ ਰਾਜਪਾਲ ਨੂੰ ਕੋਈ ਜਵਾਬ ਨਾ ਆਉੜਿਆ। ਸੂਚੀ ਜਾਰੀ ਕਰ ਦਿੱਤੀ ਕਿ ਤੁਹਾਡੇ ਇੰਨੇ ਬੰਦੇ ਜਿਹੜੇ ਨੇ ਪੱਛਮੀ ਬੰਗਾਲ ਦੇ ਬਜਟ ਤੇ ਮੌਜਾਂ ਕਰ ਰਹੇ ਨੇ, ਤੁਹਾਡੇ ਰਿਸ਼ਤੇਦਾਰ ਨੇ, ਫਲਾਂ ਨੇ। ਜਵਾਬ ਤਾਂ ਦਿੱਤਾ ਰਾਜਪਾਲ ਨੇ, ਪਰ ਉਹਨਾਂ ਦੀ ਸਥਿਤੀ ਇਹ ਬਣ ਗਈ ਕਿ ਉਹ ਇੱਕ ਭਾਜਪਾ ਦੇ ਮਾਊਥਪੀਸ ਜ਼ਿਆਦਾ ਲੱਗਣ ਲੱਗ ਪਏ ਤੇ ਮਮਤਾ ਬੈਨਰਜੀ ਦੇ ਦੁਸ਼ਮਣ ਵਧੇਰੇ ਲੱਗਣ ਲੱਗ ਪਏ। ਹੁਣ ਜਦੋਂ ਭਾਸ਼ਣ ਉਹਨਾਂ ਦੇ ਮੂਹਰੇ ਰੱਖਿਆ, ਜਾਂ ਤਾਂ ਭਾਸ਼ਣ ਨੂੰ ਬਦਲ ਲੈਂਦੇ, ਬਦਲੋ ਸਕਦੇ ਨਹੀਂ ਸਨ, ਤੇ ਭਾਸ਼ਣ ਉਹਨਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਤੇ ਭਾਜਪਾ ਵਾਲੇ ਜਿਹੜੇ ਉੱਥੇ ਵਿਧਾਇਕ ਜਿਹੜੇ ਉਹ ਵੀ ਕੁਝ ਗਿਣਤੀ ਵਿੱਚ ਜਿੱਤ ਕੇ ਆਏ ਨੇ, ਉਹਨਾਂ ਵਿੱਚ ਉਹ ਵੀ ਸਨ ਸ਼ਿਵੇਂਦੂ ਅਧਿਕਾਰੀ ਜਿਨ੍ਹਾਂ ਨੇ ਮਮਤਾ ਬੈਨਰਜੀ ਨੂੰ ਹਰਾਇਆ। ਉਹ ਕਹਿੰਦੇ ਦੇਖੋ ਇਹ ਰਾਜਪਾਲ ਨੇ ਜਿਹੜਾ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ ਇਹ ਤਾਂ ਸਰਕਾਰ ਨੇ ਦਿੱਤਾ ਹੋਇਆ ਤੇ ਭਾਈ ਇਹ ਪਹਿਲੀ ਵਾਰੀ ਤਾਂ ਨਹੀਂ ਅਜਿਹਾ ਹੋਇਆ, ਪਹਿਲਾਂ ਵੀ ਇਸੇ ਤਰ੍ਹਾਂ ਹੁੰਦਾ।
ਤੇ ਉਹਨਾਂ ਨੇ ਵਾਕਆਊਟ ਕਰ ਦਿੱਤਾ ਤੇ ਰਾਜਪਾਲ ਦੇ ਬਿਲਕੁਲ ਲਾਗੇ ਪਹੁੰਚ ਗਏ। ਭਾਸ਼ਣ ਮੁਕੰਮਲ ਹੀ ਨਹੀਂ ਕਰਨ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਚੋਣਾਂ ਤੋਂ ਬਾਅਦ ਜੋ ਇੱਥੇ ਭਾਜਪਾ ਦੇ ਆਗੂਆਂ ਨੂੰ ਤੇ ਜਿਹੜੀ TMC ਦੇ ਵਿਰੋਧੀਆਂ ਨੂੰ ਜਿਵੇਂ ਮਾਰਿਆ ਕੁੱਟਿਆ ਗਿਆ ਤੇ ਜਿਹੜੇ ਦੰਗੇ ਹੋਏ ਨੇ ਉਹਨਾਂ ਦੀ ਗੱਲ ਤੇ ਰਾਜਪਾਲ ਜੀ ਕਰ ਹੀ ਨਹੀਂ ਰਹੇ ਜੀ। ਸੋ ਉਹ ਇਸ ਗੱਲ ਤੋਂ ਔਖੇ ਹੋਏ ਨੇ। ਇਸ ਵਾਰੀ ਉਹਨਾਂ ਦੀ ਵਿਰੋਧਤਾ ਰਾਜਪਾਲ ਦੀ ਜਿਹੜੀ ਆ ਉਹ ਆਪਣੇ ਭਾਜਪਾ ਦੇ ਹੀ ਵਿਧਾਇਕਾਂ ਨੇ ਕੀਤੀ ਆ, ਨਾ ਕਿ ਜਿਹੜੀ TMC ਦੇ ਵਿਧਾਇਕਾਂ ਨੇ। ਜੀ, ਇਸ ਵੇਲੇ ਵੇਲਾ ਹੋ ਗਿਆ ਕਿ ਨਿੱਕੀ ਜਿਹੀ ਬ੍ਰੇਕ ਦਾ, ਤੇ ਬ੍ਰੇਕ ਤੋਂ ਵਾਪਸ ਆ ਕੇ ਗੱਲ ਕਰਦੇ ਹਾਂ ਪੰਜਾਬ ਦੀ ਰਾਜਨੀਤੀ ਦੀ, ਜੋ ਇਸ ਵੇਲੇ ਪੂਰੀ ਤਰ੍ਹਾਂ ਭਖੀ ਹੋਈ ਹੈ। ਇਸੇ ਤਰ੍ਹਾਂ ਬਣੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਜੇ ਪੰਜਾਬ ਦੀ ਰਾਜਨੀਤੀ ਦੀ ਹੁਣ ਗੱਲ ਕਰੀਏ ਤੇ ਸਿੱਧੂ ਨੇ ਉੱਪਰੋਂ ਥਲੀ ਕੱਲ 9 ਟਵੀਟ ਕੀਤੇ ਨੇ ਤੇ ਸ਼ਾਮਾਂ ਨੂੰ ਕਹਿੰਦੇ ਵੀ ਆਪ ਡਿਫਾਲਟਰ ਨੇ। ਜਿਹੜੇ 9 ਟਵੀਟ ਕੀਤੇ ਨੇ ਉਹਨਾਂ ਨੇ ਮੰਤਰ ਦੱਸਿਆ ਕਿ ਦੇਖੋ ਪਾਵਰ ਕੱਟਾਂ ਤੋਂ ਕਿਵੇਂ ਬਚਿਆ ਜਾ ਸਕਦਾ। ਤੇ ਦੇਖੋ ਉਹਨਾਂ ਨੇ ਟਵੀਟ ਤੇ ਜ਼ਾਹਿਰਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੇ ਨੇ, ਪਰ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਜਿਵੇਂ ਸੁਰ ਉਹਨਾਂ ਦੀ ਨਰਮ ਹੋਈ ਹੋਵੇ। ਅੱਛਾ। ਟਵੀਟ ਤੋਂ ਟਵੀਟ ਭਾਵੇਂ ਕੀਤੇ ਨੇ ਪਰ ਉਹ ਸਲਾਹਕਾਰ ਦੇ ਤੌਰ ਤੇ ਟਵੀਟ ਹੋ ਸਕਦੇ ਨੇ, ਪਰ ਇਸ ਤਰ੍ਹਾਂ ਉਹਨਾਂ ਨੇ ਤਾਨੇ ਮਾਰ ਕੇ ਜਿਸ ਤਰ੍ਹਾਂ ਗੱਲਾਂ ਕਰਦੇ ਸੀ ਨਾ ਪਹਿਲਾਂ, ਉਹ ਮੈਨੂੰ ਜਿਹੜੀ ਸੀ ਉਹ ਚਿੰਗਾੜੀ ਨਜ਼ਰ ਨਹੀਂ ਆਈ। ਦਿੱਲੀੋਂ ਆਏ ਸੀ ਨਾ। ਦਿੱਲੀੋਂ ਆਏ ਨੇ ਜਾਂ ਉੱਥੇ ਹੀ ਨੇ ਹਲੇ, ਸ਼ਾਇਦ ਉਹਨਾਂ ਨੂੰ ਆਖ ਦਿੱਤਾ ਗਿਆ ਕਿ ਤੁਸੀਂ ਅਜੇ ਚੌਂਕੀ ਭਰਨੀ ਹੈ, ਅਜੇ ਤੁਸੀਂ ਵੱਡੇ ਦਰਬਾਰ ਵਿੱਚ ਕੁਝ ਦਿਨ, ਤੇ ਉਹਨਾਂ ਦੀ ਹਾਜ਼ਰੀ ਅਜੇ ਲੱਗੇਗੀ। ਪਰ ਦਿੱਲੀ ਦਰਬਾਰ ਨੇ ਕਹਿੰਦੇ ਜਿਹੜਾ ਫੈਸਲਾ ਕੀਤਾ ਸੀ ਉਹ ਇਹ ਸੀ ਫਾਰਮੂਲਾ ਕਿ ਸਿੱਧੂ ਨੂੰ ਜਿਹੜਾ ਸੀ ਉਹ ਬਣਾ ਦਿਓ ਪਾਰਟੀ ਦਾ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ। ਇਹ ਗੱਲ ਸਾਹਮਣੇ ਆਈ ਜੀ। ਪਰ ਜੇ ਉਹ ਸਿੱਧੂ ਬਣਦੇ ਨੇ ਤੇ ਕੀ ਬਣੇਗਾ, ਇਸ ਬਾਰੇ ਬਾਅਦ ਚ ਗੱਲ ਕਰਾਂਗੇ। ਪਹਿਲਾਂ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ ਕਿ ਉਹਨਾਂ ਨੇ ਟਵੀਟ ਕੀਤੇ, ਤੇ ਜੇ ਤੁਹਾਨੂੰ ਪਤਾ ਹੋਵੇ ਕਿ ਉਹਨਾਂ ਨੂੰ ਪਹਿਲਾਂ ਜਦੋਂ ਪੰਜਾਬ ਵਿੱਚ ਮੰਤਰੀ ਬਣਾਇਆ ਗਿਆ ਸੀ ਤੇ ਉਹਨਾਂ ਨੂੰ ਪਹਿਲਾਂ ਹੋਰ ਮਹਿਕਮਾ ਦਿੱਤਾ ਗਿਆ, ਉਹ ਕਹਿੰਦੇ ਜੀ ਮੈਨੂੰ ਪਸੰਦ ਨਹੀਂ ਹੈ, ਮੈਨੂੰ ਅਸਤੀਫਾ ਦੇਣਾ, ਮੈਂ ਅਸਤੀਫਾ ਦੇ ਦਿੱਤਾ। ਤੇ ਕੈਪਟਨ ਸਾਹਿਬ ਨੇ ਉਹਨਾਂ ਨੂੰ ਇੱਕ ਹੋਰ ਮਹਿਕਮਾ ਜਿਹੜਾ ਸੀ ਆਫਰ ਕੀਤਾ, ਬਿਜਲੀ ਮੰਤਰੀ ਵਾਲਾ। ਬਿਜਲੀ ਮੰਤਰੀ ਪਹਿਲਾਂ ਰਾਣਾ ਗੁਰਜੀਤ ਸਿੰਘ ਬਣਾਏ ਗਏ ਸਨ, ਉਹਨਾਂ ਨੂੰ ਹੋਰ ਕਾਰਨਾਂ ਕਰਕੇ ਅਸਤੀਫਾ ਦੇਣਾ ਪੈ ਗਿਆ ਸੀ। ਸੋ ਸਥਿਤੀ ਜੇ ਅੱਜ ਇਹਨਾਂ ਕਾਨੂੰਨਾਂ ਦੇ ਜਾਂ ਟਵੀਟ ਜਿਹੜੇ ਨੇ ਜਾਂ ਜਿਹੜੀਆਂ ਸਲਾਹਾਂ ਜਾਂ ਜਿਹੜੇ ਨੁਕਤੇ ਉਹ ਬਿਆਨ ਕਰ ਰਹੇ ਨੇ, ਜੇ 2 ਸਾਲ ਪਹਿਲਾਂ 2019 ਦੇ ਵਿੱਚ ਹੀ ਆਫਰ ਆਈ ਸੀ ਉਹਨਾਂ ਨੂੰ ਤੇ ਉਹ ਕਰ ਲੈਂਦੇ ਤੇ 2-2.5 ਸਾਲ ਕੰਮ ਕਰਦੇ, ਸ਼ਾਇਦ ਕੋਈ ਸਥਿਤੀ ਬਿਹਤਰ ਹੀ ਹੋ ਜਾਂਦੀ। ਬਿਲਕੁਲ। ਇਸ ਗੱਲ ਦਾ ਜਵਾਬ ਸ਼ਾਇਦ ਉਹਨਾਂ ਕੋਲ ਵੀ ਨਹੀਂ ਹੋਵੇਗਾ। ਉਹਨਾਂ ਨੇ ਗੱਲ ਕਿਉਂ ਨਾ ਕੀਤੀ ਇਸ ਗੱਲ ਦਾ ਪਤਾ ਨਹੀਂ। ਜਿਹੜੀ ਉਹਨਾਂ ਦੇ ਡਿਫਾਲਟਰ ਹੋਣ ਦੀ ਗੱਲ ਹੈ, ਡਿਫਾਲਟਰ ਦੇ ਵਿੱਚ ਇੱਕ ਤਾਂ ਇਹ ਜਿਹੜਾ PSPCL ਮਹਿਕਮਾ ਹੈ ਜਿਸ ਨੇ ਬਿੱਲਾਂ ਬਾਰੇ ਤੇ ਹੋਰ ਚੀਜ਼ਾਂ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ, ਸਾਰਿਆਂ ਨੂੰ ਬਿੱਲ ਭੇਜਦਾ ਜੀ, ਉਹਨਾਂ ਦੇ ਵੀ ਸ਼ਾਬਾਸ਼ ਹੈ ਕਿ ਕਿਵੇਂ ਉਹਨਾਂ ਨੇ ਕਿਸੇ ਦੇ ਇਸ਼ਾਰੇ ਤੇ SC ਸਾਹਿਬ ਨੇ ਜਿਹੜਾ ਸੀ ਉਹ ਇੱਕਦਮ ਕੱਢ ਕੇ ਜਿਹੜਾ ਸੀ ਉਹਨਾਂ ਦਾ ਬਿੱਲ ਜਿਹੜਾ ਸੀ ਸਾਰੀਆਂ ਅਖਬਾਰਾਂ ਨੂੰ ਸੌਂਪ ਦਿੱਤਾ ਇਲੈਕਟ੍ਰੋਨਿਕ ਵਰਸ਼ਨ ਤੇ। ਆਹ ਦੇਖੋ ਜੀ ਸਿੱਧੂ ਸਾਹਿਬ ਦਾ ਬਕਾਇਆ 9,74,000 ਰੁਪਇਆ। ਪਰ ਜਦੋਂ ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਕਿਹਾ ਦੇਖੋ ਜੀ ਇਹਨਾਂ ਦਾ ਬਿੱਲ ਤੇ 17-18 ਲੱਖ ਸੀ, ਮਾਰਚ ਮਹੀਨੇ ਇਹਨੇ ਜਿਹੜਾ ਸੀ ਉਹ 10 ਲੱਖ ਬਿੱਲ ਤਾਰ ਦਿੱਤਾ ਸੀ ਕਿਉਂਕਿ ਅਸੀਂ ਪੈਸੇ ਇਕੱਠੇ ਕਰਨ ਦੀ ਮੁਹਿੰਮ ਚਲਾਈ ਹੋਈ ਸੀ ਤੇ ਜਿਹੜੇ ਡਿਫਾਲਟਰ ਲੋਕ ਸੀ ਉਹਨਾਂ ਤੋਂ ਅਸੀਂ ਜਿਹੜੇ ਸੀ ਉਗਰਾਹੀ ਤੇ ਨਿਕਲੇ ਹੋਏ ਸੀ ਤੇ 10 ਲੱਖ ਰੁਪਈਆ ਫਿਰ ਉਹਨੇ ਸਾਨੂੰ ਦੇ ਦਿੱਤਾ ਸੀ। ਪਰ ਜਿਹੜੇ ਰਹਿੰਦੀ ਰਕਮ ਹੈ ਉਸ ਤੇ ਨਵਜੋਤ ਸਿੰਘ ਸਿੱਧੂ ਨੇ ਰਿਵਿਊ ਪਾਇਆ ਹੋਇਆ ਕਿ ਇਸ ਨੂੰ ਚੈੱਕ ਕਰੋ ਮੇਰੇ ਤੇ ਸਰਚਾਰਜ ਇੰਨਾ ਜ਼ਿਆਦਾ ਕਿਉਂ ਲੱਗਾ। ਹੁਣ ਸਰਚ ਚਾਰਜ ਦੇ ਮੁੱਦੇ ਤੇ ਰਿਵਿਊ ਉਹ ਮਹਿਕਮੇ ਨੇ ਮੰਨ ਲਿਆ ਕਿ ਰਿਵਿਊ ਚੱਲ ਰਿਹਾ ਤੇ ਉਸ ਦੇ ਚੱਲਦਿਆਂ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਦਾ ਬਿੱਲ ਜਿਹੜਾ ਹੋਰ ਕੁਝ ਸਮੇਂ ਲਈ ਡਿਲੇ ਹੋਵੇ। ਹੁਣ ਇਹ ਇਲਜ਼ਾਮ ਇੱਕ ਵਾਰੀ ਲੱਗ ਗਿਆ ਪਰ ਕੋਈ ਖਾਸ ਵਧਿਆ ਨਹੀਂ ਗੱਲ, ਬਹੁਤਾ ਕਰੰਟ ਇਸ ਨੇ ਮਾਰਿਆ ਨਹੀਂ ਜਿਵੇਂ ਕਿ ਉਮੀਦ ਕਰ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਹਿਯੋਗੀ ਜਾਂ ਸਰਕਾਰ ਘੱਟੋ ਘੱਟ ਪੰਜਾਬ ਦੀ ਮੌਜੂਦਾ। ਤੇ ਨਵਜੋਤ ਸਿੰਘ ਸਿੱਧੂ ਫੇਰ ਆਪਣੇ ਸਟੈਂਡ ਤੇ ਜਿਹੜੇ ਨੇ ਉੱਥੇ ਉਵੇਂ ਹੀ ਕਾਇਮ ਨੇ। ਥੋੜਾ ਜਿਹਾ ਤਾਂ ਉਹਨਾਂ ਨੂੰ ਲੱਗਿਆ ਹੋਵੇਗਾ ਕਿ ਕਿਵੇਂ ਗੱਲ ਨਿਕਲ ਕੇ ਸਾਹਮਣੇ ਆਈ ਹੈ, ਪਰ ਇੰਨਾ ਚੁਸਤ ਫੁਰਤ ਮਹਿਕਮਾ ਮੈਂ ਪਹਿਲਾਂ ਕਦੇ ਵੇਖਿਆ ਨਹੀਂ ਕਿ ਕਿਸੇ ਦਾ ਰਿਕਾਰਡ ਇਸ ਤਰ੍ਹਾਂ ਕੱਢ ਕੇ ਜਿਹੜਾ ਉਹ ਰੱਖ ਦਿੱਤਾ ਜਾਵੇ। ਪਰ ਸਵਾਲ ਇੱਥੇ ਖੜਾ ਹੁੰਦਾ ਹੈ, ਨਵਜੋਤ ਸਿੰਘ ਸਿੱਧੂ ਦਾ ਰਿਕਾਰਡ ਤੇ SC ਸਾਹਿਬ ਨੇ ਕੱਢ ਕੇ ਰੱਖ ਦਿੱਤਾ ਤੇ ਕਿੰਨੇ ਹੋਰ ਡਿਫਾਲਟਰ ਨੇ। ਗਰੀਬ ਜੇ 2 ਮਹੀਨੇ ਦਾ ਬਿੱਲ ਨਹੀਂ ਦਿੰਦਾ, ਜਿਹਦਾ ਬਿੱਲ ਮਾਫ ਨਹੀਂ ਹੈ, ਮੈਂ ਉਹਦੀ ਗੱਲ ਕਰ ਰਿਹਾ, ਤੇ ਉਸ ਦਾ ਮੀਟਰ ਕੱਟਣ ਵਾਲੇ ਆ ਜਾਂਦੇ ਨੇ, ਬਿਲਕੁਲ ਕੱਢ ਦਿੰਦੇ ਨੇ, ਤੇ ਫਿਰ ਜਦੋਂ ਦੁਬਾਰਾ ਜੋੜਨਾ ਹੁੰਦਾ ਨਾਲੇ ਤਾਂ ਪਿਛਲੇ ਸਾਰੇ ਪੈਸੇ ਦੇਣੇ ਪੈਂਦੇ ਨੇ, ਨਾਲੇ ਨਵੇਂ ਗਵਾਹੀ ਜਿਹੜੇ ਨੇ ਉਹ ਰੱਖਣੇ ਪੈਂਦੇ ਨੇ, ਤੇ ਸਿਕਿਉਰਿਟੀ ਫੀਸ ਹੋਰ ਜਮ੍ਹਾਂ ਕਰਾਉਣੀ ਪੈਂਦੀ ਹੈ। ਬਿਲਕੁਲ ਇਹ ਕਾਨੂੰਨ ਗਰੀਬਾਂ ਵਾਸਤੇ ਹੋਰ ਤੇ ਨਵਜੋਤ ਸਿੰਘ ਸਿੱਧੂ ਵਾਸਤੇ ਹੋਰ। ਜੇ ਨਵਜੋਤ ਸਿੰਘ ਸਿੱਧੂ ਬਕੌਲ SC ਸਾਹਿਬ ਜੋ ਡਿਫਾਲਟਰ ਸਨ ਤੇ ਅੱਜ ਤੱਕ ਉਹਨਾਂ ਦਾ ਮੀਟਰ ਕਿਉਂ ਨਾ ਕੱਟਿਆ ਗਿਆ? ਬਿਲਕੁਲ ਆਪੇ ਇੰਤਜ਼ਾਮ ਕਰਦੇ, ਖਬਰਾਂ ਲੱਗਦੀਆਂ, ਲੱਖਾਂ 'ਚ ਬਿੱਲ ਹੈ, ਲੱਖਾਂ 'ਚ ਬਿੱਲ ਹੈ। ਪਰ ਗੱਲ ਇਹ ਹੈ
ਕਿ ਇੱਥੇ ਆ ਕੇ ਜਿਹੜਾ ਨਾ ਕੁਝ ਗੱਲਾਂ ਨੂੰ ਮਾਫ ਕਰ ਦਿੱਤਾ ਜਾਂਦਾ ਸਾਡੇ ਸਮਾਜ ਦੇ ਵਿੱਚ ਸਿਸਟਮ। ਹਾਂਜੀ। ਹੁਣ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਤੇ ਕਿਵੇਂ ਬਚਦੇ ਰਹੇ ਨੇ, ਇਹਦਾ ਜਵਾਬ ਤੇ PSPCL ਵਾਲੇ ਦੇਣਗੇ ਜਾਂ ਸਰਕਾਰ ਦੇਵੇਗੀ। ਪਰ ਮੈਂ ਸਮਝਦਾ ਕਿ ਇਹ ਇੱਕ ਬੜੀ ਰਾਜਨੀਤੀ ਜਿਹੀ ਚੱਲ ਰਹੀ ਹੈ, ਜਿਸ ਕਰਕੇ ਸਾਰਾ ਕੁਝ ਸਾਡੇ ਸਾਹਮਣੇ ਆ ਰਿਹਾ। ਭੇਤ ਤੇ ਇਸ ਤੋਂ ਵੀ ਜ਼ਿਆਦਾ ਕਿਤੇ ਡੂੰਘੇ ਨੇ ਜੀ। ਹੁਣ ਗੱਲ ਕਰਦੇ ਹਾਂ ਜੀ, ਤੁਸੀਂ ਪੁੱਛਣ ਲੱਗੇ ਸੀ ਕੁਝ। ਮੈਂ ਉਹੀ ਪੁੱਛਣ ਲੱਗੀ ਜਿਹੜਾ ਤੁਸੀਂ ਦੱਸਣ ਲੱਗੇ ਕਿ ਜੇ ਇਹਨਾਂ ਨੂੰ ਪ੍ਰਦੇਸ਼ ਪ੍ਰਧਾਨ ਬਣਾ ਵੀ ਦਿੱਤਾ ਜਾਂਦਾ, ਕਿਉਂਕਿ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਜਦੋਂ ਦੀ ਹਾਈ ਕਮਾਂਡ ਐਕਟਿਵ ਹੋਈ ਹੈ ਵੀ ਇਹਨਾਂ ਨੂੰ ਪ੍ਰਦੇਸ਼ ਪ੍ਰਧਾਨ ਬਣਾਇਆ ਜਾ ਸਕਦਾ, ਜੇ ਬਣਾ ਵੀ ਦਿੱਤਾ ਜਾਂਦਾ ਤੇ ਫਿਰ ਕੀ ਹੋਊਗਾ? ਹੁਣ ਉਸ ਦੇ ਨਾਲ ਕਈ ਕਿਸਮ ਦੀਆਂ ਸਥਿਤੀਆਂ ਉਤਪੰਨ ਹੁੰਦੀਆਂ ਨੇ। ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲੀ ਵਾਰੀ ਬਣੇ ਸੀ ਜੀ, ਉਸ ਤੋਂ ਬਾਅਦ ਕਿੰਨੇ ਹੋਰ ਬਣੇ ਨੇ? ਜੇ ਮੈਂ ਤੁਹਾਨੂੰ ਇੱਥੇ ਬੈਠਿਆਂ ਨੂੰ ਪੁੱਛਿਆ, ਸ਼ਾਇਦ ਤੁਹਾਨੂੰ ਇੱਕ ਜਾਂ ਦੋ ਦੇ ਨਾਂ ਚੇਤੇ ਹੋਣਗੇ, ਬਾਕੀਆਂ ਦੇ ਨਾਂ ਵੀ ਚੇਤੇ ਨਹੀਂ ਹੋਣੇ। ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣਾ ਹੋਵੇ ਤਾਂ ਆਖਿਆ ਜਾਂਦਾ ਕਈ ਵਾਰੀ ਕਿ ਉਹਨੂੰ ਬਣਾ ਦਿਓ ਜਿਹਨੂੰ ਖੂੰਜੇ ਲਾਉਣਾ ਹੋਵੇ, ਤੇ ਬਾਅਦ ਫਿਰ ਪੁੱਛ ਪੜਤਾਲ ਵੀ ਨਹੀਂ ਹੁੰਦੀ। ਹੁਣ ਇਸ ਦੇ ਨਾਲ ਕਈ ਸੁਨੀਲ ਜਾਖੜ ਨੂੰ ਭੋਜ ਤੇ ਹੀ ਨਹੀਂ ਸੱਦਿਆ ਗਿਆ ਕੱਲ ਪਰਸੋਂ। ਬਿਲਕੁਲ। ਤੇ ਹੁਣ ਇਹ ਵੀ ਆਵਾਜ਼ਾਂ ਉੱਠੀਆਂ ਵਿੱਚੋਂ ਕਿ ਇੱਕ ਹਿੰਦੂ ਚਿਹਰਾ ਜਿਹੜਾ ਉਹ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੋਣਾ ਚਾਹੀਦਾ, ਕਿਉਂਕਿ ਸੁਨੀਲ ਜਾਖੜ ਨੂੰ ਲਾਂਭੇ ਕੀਤਾ ਜਾ ਰਿਹਾ ਤੇ ਉਸ ਦੀ ਜਗ੍ਹਾ ਤੇ ਕੋਈ ਹਿੰਦੂ ਚਿਹਰਾ ਹੋਵੇ। ਤੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ, ਭਾਈ ਇਲੈਕਸ਼ਨਾਂ ਦਾ ਸਮਾਂ ਹੈ, ਇਸ ਵਿੱਚ ਧਰਮ ਵਾਲੀ ਤੇ ਇਹੋ ਜਿਹੀ ਕੋਈ ਗੱਲ ਨਾ ਲਿਆਓ, ਇਹਨੂੰ ਕਿਰਪਾ ਕਰਕੇ ਇਹਨੂੰ ਟੱਕੀ ਰਹਿਣ ਦਿਓ। ਤੇ ਕੈਪਟਨ ਅਮਰਿੰਦਰ ਸਿੰਘ ਤੇ ਕੋਸ਼ਿਸ਼ ਹੀ ਉਹ ਕਰ ਰਹੇ ਨੇ ਕਈ ਮਹੀਨੇ ਤੋਂ ਕਿਸੇ ਤਰੀਕੇ ਟੱਕ ਲਪੇਟ ਕੇ ਜਿਹੜਾ ਸਮਾਂ ਪਾਸ ਕਰ ਲਿਆ ਜਾਵੇ। ਕਾਂਗਰਸ ਹਾਈ ਕਮਾਂਡ ਵੀ ਵੈਸੇ ਤਾਂ ਇਹੋ ਹੀ ਚਾਹੁੰਦੀ ਹੈ, ਪਰ ਨਵਜੋਤ ਸਿੰਘ ਸਿੱਧੂ ਫੇਰ ਉਹ ਜਿੰਨਾ ਕੁ ਟੱਕਦੇ ਨੇ ਉਹਨਾਂ ਕੋ ਹੋਰ ਖੋਲ ਦਿੰਦੇ ਨੇ। ਜੇ ਉਹਨਾਂ ਨੂੰ ਬਣਾ ਦਿੰਦੇ ਨੇ ਤੇ ਕੀ ਨਵਜੋਤ ਸਿੰਘ ਸਿੱਧੂ ਅਗਲੇ ਚੀਫ ਮਿਨਿਸਟਰ ਦੀ ਲਾਈਨ ਦੇ ਵਿੱਚ ਹੋ ਜਾਣਗੇ? ਇਹ ਸਵਾਲ ਹੈ। ਤੇ ਜੇ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਹੈ ਤੇ ਸਾਡਾ ਉਹ ਗਰੁੱਪ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੀਸਮਾ ਫਾਰਮ ਤੇ ਕੁਝ ਦਿਨ ਪਹਿਲਾਂ ਬੈਠਾ ਹੋਇਆ ਸੀ, ਲੰਚ ਡਿਪਲੋਮੇਸੀ ਤੇ ਤਾਂ ਹੋਰ ਤੇ, ਜਿਹੜੇ ਕਹਿੰਦੇ ਸੀ ਕਿ ਅਸੀਂ ਪੁਰਾਣੇ ਸੀਨੀਅਰ ਆ, ਉਹ ਫਿਰ ਕਿੱਥੇ ਜਾਣਗੇ? ਉਹ ਕਿੱਦਾਂ ਚੁੱਪ ਬੈਠਣਗੇ? ਉਹਨਾਂ ਨੂੰ ਫਿਰ ਕੋਈ ਨਹੀਂ ਪੁੱਛੇਗਾ। ਜੇ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ, ਤੇ ਇਸ ਦੇ ਨਾਲ ਉਹ ਮੁੱਦੇ ਕਿਵੇਂ ਸਵਾਰੇ ਜਾਣਗੇ ਜਿਹੜੇ ਮੁੱਦੇ ਜਿਹੜੇ ਨੇ ਮੁੱਖ ਮੰਤਰੀ ਨੇ ਸਿੱਧੇ ਤੌਰ ਤੇ ਜਿਹੜੇ ਨੇ ਸਵਾਰਨੇ ਹੁੰਦੇ ਨੇ, ਜਿਨ੍ਹਾਂ ਦੀ ਗੱਲ ਨਵਜੋਤ ਸਿੰਘ ਸਿੱਧੂ ਕਰਦੇ ਨੇ ਜੀ। ਸੋ ਇਹ ਗੱਲਾਂ ਰੌਲੇ ਗੋਲੇ 'ਚ ਨੇ। ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣ ਕੇ ਜੇ ਸਿੱਧੂ ਵਾਪਸ ਉੱਥੋਂ ਆ ਜਾਂਦੇ ਨੇ, ਚਾਹੇ ਉਹ ਹਾਈ ਕਮਾਂਡ ਦਾ ਸਵਾਲ ਜਿਹੜਾ ਫੈਸਲਾ ਹੈ ਪੰਜਾਬ ਵਿੱਚ ਕੋਈ ਮੰਨੇ ਨਾ ਮੰਨੇ, ਪਰ ਅਣਮੰਨੇ ਮਨ ਨਾਲ ਮੰਨਣਾ ਵੀ ਪੈ ਸਕਦਾ ਹੈ। ਪਰ ਇਸ ਨਾਲ ਪੰਜਾਬ ਦਾ ਸਵਾਰ ਕੁਝ ਨਹੀਂ ਹੋਣਾ ਨੇੜ ਭਵਿੱਖ ਦੇ ਵਿੱਚ। ਜਿਹੜੇ ਮੁੱਦੇ ਨਵਜੋਤ ਸਿੰਘ ਸਿੱਧੂ ਨੇ ਉਠਾਏ ਨੇ ਉਹ ਇਮੀਡੀਏਟ ਅਟੈਂਸ਼ਨ ਮੰਗਦੇ ਨੇ, ਸਾਨੂੰ ਹੁਣੇ ਹੀ ਉਹਨਾਂ ਤੇ ਜਿਹੜਾ ਕੋਈ ਨਾ ਕੋਈ ਕਰਨਾ ਪਏਗਾ। ਉਹ ਚੋਣਾਂ ਤੋਂ ਪਹਿਲਾਂ ਦੇ ਮੁੱਦੇ ਨੇ, ਇਹ ਨਹੀਂ ਕਿ ਇੱਕ ਵਾਰੀ ਇਲੈਕਸ਼ਨ ਲੜ ਲਓ ਤੇ ਬਾਅਦ ਵਿੱਚ ਫਿਰ ਦੇਖਾਂਗੇ। ਸੋ ਉਹਨਾਂ ਨਾਲ ਸਵਾਰ ਹੋਣ ਵਾਲਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ਨਾਲ ਉਹ ਸਵਾਰ ਕੁਝ ਹੋਵੇਗਾ, ਇਹ ਦਿਸਦਾ ਨਹੀਂ। ਕੁਲਦੀਪ ਜੀ, ਜੇ ਗੱਲ ਓਲੰਪਿਕਸ ਦੀ ਕਰੀਏ ਤੇ ਹਮੇਸ਼ਾ ਪੰਜਾਬੀਆਂ ਦੀ ਬੱਲੇ ਬੱਲੇ ਹੁੰਦੀ ਰਹੀ ਆ, ਤੇ ਇਸ ਵੇਲੇ ਭਾਰਤੀ ਹਾਕੀ ਟੀਮ ਦੀ ਕੀ ਸਥਿਤੀ ਹੈ? ਓਲੰਪਿਕਸ ਦੀ ਹਾਕੀ ਦੇ ਵਿੱਚ ਭਾਰਤ ਨੇ ਕਾਫੀ ਨਾਮਣਾ ਖੱਟਿਆ, ਪਰ ਅਸਲ ਵਿੱਚ ਕੋਈ ਵੱਡਾ ਮੈਡਲ ਲਿਆਂਦਿਆਂ ਨੂੰ ਤਕਰੀਬਨ 40 ਸਾਲ ਹੋ ਗਏ ਨੇ। 1980 ਦੇ ਵਿੱਚ ਜਦੋਂ ਮਾਸਕੋ ਦੇ ਵਿੱਚ ਓਲੰਪਿਕ ਹੋਈਆਂ ਤੇ ਉੱਥੇ ਸੋਨੇ ਦਾ ਮੈਡਲ ਮਿਲਿਆ ਸੀ, ਤੇ ਉਦੋਂ ਇਹ ਵੀ ਆਖਿਆ ਜਾਂਦਾ ਸੀ ਕਿ ਕਈ ਅਮਰੀਕਾ ਪੱਖੀ ਜਿਹੜੇ ਮੁਲਕ ਨੇ, ਕਿਉਂਕਿ ਠੰਡੀ ਜੰਗ ਚੱਲ ਰਹੀ ਸੀ, ਰੂਸ ਦੇ ਵਿੱਚ ਉਹ ਜਾਣ ਤੋਂ ਇਨਕਾਰੀ ਸਨ ਤੇ ਜਰਮਨੀ ਪਾਕਿਸਤਾਨ ਵਰਗੇ ਮੁਲਕ ਉੱਥੇ ਗਏ ਨਾ, ਤੇ ਭਾਰਤ ਨੇ ਫਿਰ ਵੀ ਚਲੋ ਮੈਡਲ ਜਿੱਤਿਆ। ਖਿਡਾਰੀਆਂ ਦੀ ਬੱਲੇ ਬੱਲੇ ਸੀ, ਖਿਡਾਰੀ ਚੰਗੀ ਟੀਮ ਸੀ। ਉਸ ਤੋਂ 5 ਸਾਲ ਪਹਿਲਾਂ ਤੇ ਵਿਸ਼ਵ ਕੱਪ ਜਿੱਤਿਆ ਸੀ ਭਾਰਤ ਦੀ ਹਾਕੀ ਟੀਮ ਨੇ, ਟੀਮ ਵਧੀਆ ਸੀ। ਪਰ ਫਿਰ ਪੰਜਾਬੀਆਂ ਦੀ ਬਹੁਤਾਤ ਰਹੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਫਿਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ 1980 ਤੋਂ ਬਾਅਦ ਹਾਲਾਤ ਵਿਗੜਨੇ ਸ਼ੁਰੂ ਹੋ ਗਏ, ਤੇ ਹਾਲਾਤ ਅਜਿਹੇ ਵਿਗੜੇ ਕਿ ਹਾਕੀ ਦੇ ਉੱਪਰ ਇਸ ਨੂੰ ਸਿੱਖਾਂ ਦੀ ਗੇਮ ਦਾ ਠੱਪਾ ਲਾ ਕੇ ਛੱਡ ਦਿੱਤਾ ਗਿਆ। ਸਰਕਾਰ ਨੇ ਇਸ ਵੱਲ ਬਿਲਕੁਲ ਧਿਆਨ ਦੇਣਾ ਛੱਡ ਦਿੱਤਾ। KPS ਗਿੱਲ ਨੂੰ ਵੀ ਇੰਡੀਅਨ ਹਾਕੀ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਗਿਆ, ਤੇ ਉਹ ਸ਼ਾਇਦ ਜਿਹੜਾ ਜਿਸ ਤਰ੍ਹਾਂ ਦਾ ਸਿਸਟਮ ਉਹ ਪੰਜਾਬ ਪੁਲਿਸ ਦੇ ਵਿੱਚ ਚਲਾਉਂਦੇ ਸਨ, ਉਸੇ ਤਰ੍ਹਾਂ ਦਾ ਉਹ ਉੱਥੇ ਚਲਾਉਣ ਲੱਗ ਪਿਆ, ਤੇ ਉਹਨਾਂ ਨੂੰ ਵੀ ਕੁਝ ਨਾ ਸਵਾਰਿਆ। ਜਿਹੜੇ ਅਸਲੋਂ ਖਿਡਾਰੀ ਸਨ ਜਾਂ ਐਡਮਿਨਿਸਟ੍ਰੇਟਰ ਜਿਹੜੇ ਸਪੋਰਟਸ ਦੇ ਹੋ ਸਕਦੇ ਸਨ, ਉਹਨਾਂ ਨੂੰ ਖੇਡ ਤੋਂ ਲਾਂਭੇ ਰੱਖਿਆ ਗਿਆ। ਹੁਣ ਦੁਬਾਰਾ ਜਿਹੜਾ ਹੈ ਸੁਰਜੀਤ ਹੋ ਰਿਹਾ ਹੈ ਭਾਰਤ ਹਾਕੀ ਦੇ ਵਿੱਚ, ਤੇ ਭਾਜਪਾਈ ਆਗੂ ਤਾਂ ਕੋਈ ਸਾਲ ਪਹਿਲਾਂ ਇਹ ਕਹਿਣ ਲੱਗ ਪਿਆ ਸੀ ਕਿ ਸਾਡੀ ਰਾਸ਼ਟਰੀ ਖੇਡ ਹਾਕੀ ਹੈ, ਛੱਡੋ ਪਰਾਂ ਇਸ ਨੂੰ, ਇਹਦੇ ਵਿੱਚ ਤਾਂ ਹੁਣ ਭਾਰਤ ਦੀ ਕੋਈ ਪੋਜੀਸ਼ਨ ਆਉਂਦੀ ਨਹੀਂ, ਕ੍ਰਿਕਟ ਨੂੰ ਬਣਾ ਲੈਂਦੇ ਆ, ਤੇ ਜੇ ਕੱਲ ਨੂੰ ਕ੍ਰਿਕਟ ਵਿੱਚ ਨਾ ਆਵੇਗੀ ਤਾਂ ਫਿਰ ਉਹਨੂੰ ਵੀ ਛੱਡ ਦੇਣਾ। ਇਹ ਕੋਈ ਗੱਲ ਨਹੀਂ ਸੀ, ਤਰਕ ਨਹੀਂ ਸੀ। ਪੰਜਾਬ ਨਰਸਰੀ ਹੈ ਹਾਕੀ ਦੀ, ਖਾਸ ਤੌਰ ਤੇ ਜਲੰਧਰ ਸ਼ਹਿਰ ਦੇ ਲਾਗਲੇ 3 ਪਿੰਡ ਮਿਠਾਪੁਰ, ਖੁਸਰੋਪੁਰ, ਸੰਸਾਰਪੁਰ, ਇੱਥੋਂ ਓਲੰਪਿਕ ਦੀ ਇੱਕ ਟੀਮ ਨਿਕਲਦੀ ਸੀ, ਔਰ ਉਸ ਇਲਾਕੇ ਨੂੰ ਨਜ਼ਰਅੰਦਾਜ਼ ਕਰਕੇ, ਉਸ ਖਿੱਤੇ ਨੂੰ ਓਵਰਆਲ ਨੂੰ ਨਜ਼ਰਅੰਦਾਜ਼ ਕਰਕੇ ਇਸ ਨੂੰ ਫਿਰ ਖਾਨਾ ਪੂਰਤੀ ਦੇ ਵਜੋਂ ਦੁਨੀਆ ਦੇ ਵਿੱਚ ਪੇਸ਼ ਕੀਤਾ ਗਿਆ। ਭਾਰਤ ਨੇ ਕੋਈ 2-4 ਟੂਰਨਾਮੈਂਟ ਜਿੱਤੇ ਵੀ ਇਸ ਸਮੇਂ ਦੇ ਦਰਮਿਆਨ, ਪਰ ਅਸਲੋਂ ਫਿਰ ਥੋੜ੍ਹਾ ਜਿਹਾ ਜਿਹੜਾ ਸੀ ਉਹ ਕਾਰਵਾਈ ਇਸ 'ਤੇ ਸ਼ੁਰੂ ਹੋ ਗਈ, ਤੇ ਥੋੜ੍ਹਾ ਜਿਹੀ ਇਸ ਦੇ ਵਿੱਚ ਜਿਹੜੀ ਖੜੋਤ ਆਈ ਹੋਈ ਸੀ ਭਾਰਤ ਆਖਰੀ ਪੋਜੀਸ਼ਨਾਂ ਦੇ ਵਿੱਚ ਓਲੰਪਿਕ ਦੇ ਵਿੱਚ 11ਵੇਂ ਤੇ 12ਵੇਂ ਤੇ ਜਾਂ ਵਿਸ਼ਵ ਕੱਪ ਦੇ ਵਿੱਚ ਜਾਂ ਚੈਂਪੀਅਨ ਟਰਾਫੀ ਦੇ ਵਿੱਚ ਇੰਨੇ ਮਾੜੇ ਹਾਲਾਤਾਂ ਵਿੱਚ ਰਿਹਾ। ਹੁਣ ਪੋਡੀਅਮ ਦੇ ਲਾਗੇ ਭਾਵ ਕਿ ਜਿਹੜਾ ਇੱਕ ਸੋਨੇ ਦਾ, ਸਿਲਵਰ ਦਾ
ਤਾਂ ਤਾਂਬੇ ਦੇ ਜਿਹੜੇ ਮੈਡਲ ਹੁੰਦੇ ਨੇ ਉਹਨਾਂ ਦੇ ਲਾਗੇ ਜਿਹੜਾ ਹੈ ਭਾਰਤ ਫਿਰਦਾ ਹੋਇਆ ਨਜ਼ਰ ਤੁਸੀਂ ਦੇਖ ਸਕਦੇ ਹੋ ਜੀ। ਭਾਰਤ ਦੀ ਟੀਮ ਇਸ ਵਾਰੀ ਵਧੀਆ ਹੈ ਔਰ ਮੰਨਿਆ ਜਾ ਰਿਹਾ ਕਿ ਪਹਿਲੀ ਵਾਰੀ ਜਿਹੜੇ ਮਾਹਿਰ ਮੰਨਦੇ ਨੇ ਕਿ ਸੈਮੀਫਾਈਨਲ ਵਿੱਚ ਪ੍ਰਵੇਸ਼ ਰੱਖਣ ਦੇ ਘੱਟੋ ਘੱਟ ਕਾਬਲ ਜ਼ਰੂਰ ਹੈ ਤੇ ਦੁਨੀਆ ਵਿੱਚ ਕਿਸੇ ਵੀ ਤਾਕਤਵਰ ਟੀਮ ਨੂੰ ਹਰਾਉਣ ਦੇ ਸਮਰੱਥ ਹੈ। ਪਿਛਲੀ ਵਾਰੀ ਵੀ ਰੀਓ 올림픽 ਦੇ ਵਿੱਚ ਭਾਰਤ ਇੰਨਾ ਮਾੜਾ ਨਹੀਂ ਸੀ ਰਿਹਾ। ਉਸ ਵੇਲੇ ਦੀ ਜੇਤੂ ਅਰਜਨਟਾਈਨਾ ਦੀ 골ਡ ਮੈਡਲ ਟੀਮ ਨੂੰ ਇਹਨਾਂ ਨੇ ਲੀਗ ਮੈਚ ਦੇ ਵਿੱਚ ਹਰਾਇਆ ਸੀ ਜੀ। ਭਾਰਤ ਦੇ ਕੋਲ ਟੈਲੈਂਟ ਹੈ। ਇਸ ਵੇਲੇ ਜਿਹੜੇ ਖਿਡਾਰੀ ਨੇ ਇੱਕ ਵਾਰੀ ਫੇਰ ਪੰਜਾਬ ਦੇ 8 ਖਿਡਾਰੀ ਨੇ ਕੁੱਲ ਟੀਮ ਦੇ ਵਿੱਚੋਂ ਜੀ, ਜਿਨ੍ਹਾਂ ਵਿੱਚੋਂ 6 ਜਲੰਧਰ ਦੇ ਲਾਗਲੇ ਪਿੰਡਾਂ ਦੇ ਨੇ ਜਿਨ੍ਹਾਂ ਦੇ ਮੈਂ ਪਹਿਲਾਂ ਨਾਮ ਗਣਾਏ ਨੇ। ਇਹ ਮਾਣ ਵਾਲੀ ਗੱਲ ਹੈ। ਪਰ ਇਹ ਥੋੜਾ ਜਿਹਾ ਮੋੜ ਕਿਵੇਂ ਪਿਆ? ਪੰਜਾਬ ਸਰਕਾਰ ਵੀ ਇਸ ਪ੍ਰਤੀ ਵੇਸਲੀ ਰਹੀ ਹੈ। ਪੰਜਾਬ ਸਰਕਾਰ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਕਬੱਡੀ ਦੇ ਕੱਪ ਤਾਂ ਕਰਵਾਉਣ ਲੱਗ ਪਏ ਹਰ ਸਾਲ, ਬਿਲਕੁਲ ਵਿਸ਼ਵ ਕੱਪ, ਤੇ ਉਹਨਾਂ ਦੇ ਵਿੱਚ ਵੀ ਅਜੇ ਵੀ ਰੌਲਾ ਘਚੋਲਾ ਚੱਲ ਰਿਹਾ। ਉਹ ਦੁਬਾਰਾ ਹੋਏ ਵੀ ਨਾ ਤੇ ਹਾਕੀ ਨੂੰ ਕਿਹਨ ਤਰਜੀਹ ਦੇਣੀ ਸੀ? ਹਾਕੀ ਦਾ ਵਿਸ਼ਵ ਕੱਪ ਤੇ ਉੜੀਸਾ ਦੇ ਵਿੱਚ ਹੋਣ ਲੱਗ ਪਿਆ ਜੀ। ਪੰਜਾਬ ਦੇ ਵਿੱਚ ਕੋਈ ਹਾਕੀ ਦਾ ਵੱਡਾ ਟੂਰਨਾਮੈਂਟ ਜਿਹੜਾ ਸੀ ਖਾਨਾ ਪੂਰਤੀ ਵਾਸਤੇ ਕਰਵਾਇਆ ਜਾਣ ਲੱਗੇ। ਪਰ ਫੇਰ ਵੀ ਕੁਝ ਵਧੀਆ ਚਿੰਤਕ ਦਿਮਾਗ ਉੱਠੇ, ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਜਿਸ ਵਿੱਚ ਸਭ ਤੋਂ ਉੱਪਰ ਸੂਚੀ 'ਚ ਨਾਂ ਸਰਦਾਰ ਪ੍ਰਗਟ ਸਿੰਘ ਦਾ ਆਉਂਦਾ, ਜੋ ਇਸ ਵੇਲੇ ਜਿਹੜੇ ਨੇ ਪੰਜਾਬ ਸਰਕਾਰ ਨੂੰ ਫਿਰ ਜਿਹੜੇ ਨੇ ਚਿਤਾਰ ਰਹੇ ਨੇ ਕਈ ਮੁੱਦਿਆਂ ਤੇ। 2 ਵਾਰੀ 올림픽 'ਚ ਕਪਤਾਨੀ ਕਰ ਚੁੱਕੇ ਨੇ ਪ੍ਰਗਟ ਸਿੰਘ। ਉਹਨਾਂ ਨੇ ਫਿਰ ਸੁਰਜੀਤ ਹਾਕੀ ਅਕੈਡਮੀ ਦੇ ਥਰੂ ਕੰਮ ਕਰਨਾ ਸ਼ੁਰੂ ਕੀਤਾ ਜੀ। ਤੇ ਉਹਨਾਂ ਨੇ ਦੱਸਿਆ ਕਿ ਦੁਨੀਆ ਭਰ ਦੇ ਵਿੱਚੋਂ ਭਾਰਤ ਦੇ ਵਿੱਚੋਂ ਵੀ ਜਿਹੜੀਆਂ ਪੁਰਾਣੀਆਂ ਐਸਟ੍ਰੋਟਰਫ ਮਸਨੂਈ ਟਰਫ ਤੇ ਕਿਉਂਕਿ ਇਹ ਖੇਡ ਹੁੰਦੀ ਹੈ, ਉਹ ਜਿਹੜੀਆਂ ਜਿੱਥੇ ਖਿਡਾਰੀ ਜਿਸ ਖੇਤਰ ਵਿੱਚ ਜ਼ਿਆਦਾ ਖੇਡਦੇ ਉੱਥੋਂ ਘਸ ਜਾਂਦੀ ਹੈ, ਪਟ ਜਾਂਦੀ ਹੈ। ਅਸੀਂ ਕਹਿੰਦੇ ਨੇ ਕਿ ਖਰੀਦ ਕੇ ਸਸਤੇ ਮੁੱਲ ਦੇ ਵਿੱਚ ਉਹ ਕਰੋੜਾਂ ਦੀ ਕੀਮਤ ਦੀ ਹੁੰਦੀ ਹੈ। ਫਿਰ ਅਸੀਂ ਉਸ ਨੂੰ ਪਿੰਡਾਂ ਦੇ ਵਿੱਚ ਛੋਟੀਆਂ ਗਰਾਊਂਡਾਂ ਬਣਾ ਕੇ 6 ਸਾਈਡ ਜਿਹੜੇ ਮੈਚ ਸੀ ਉਹ ਕਰਵਾਉਣੇ ਸ਼ੁਰੂ ਕੀਤੇ ਤੇ ਪਿੰਡਾਂ ਨੂੰ ਅਸੀਂ ਪਹਿਲੀ ਵਾਰੀ ਐਸਟ੍ਰੋਟਰਫ ਦਿੱਤੀਆਂ, ਕੱਟ ਕੇ ਉਹਨਾਂ ਐਸਟ੍ਰੋਟਰਫ ਨੂੰ ਛੋਟੀਆਂ ਗਰਾਊਂਡਾਂ 'ਚ ਲਾਇਆ ਜੀ। ਉਹਨਾਂ ਕਿਹਾ ਕਿ ਮੈਂ ਆਪਣੇ ਪਿੰਡ ਵਿੱਚ ਨਹੀਂ ਲਾਇਆ, ਸਗੋਂ ਆਸੇ-ਪਾਸੇ ਦੇ ਪਿੰਡਾਂ ਵਿੱਚ ਲਗਵਾ ਕੇ ਇਸ ਦੀ ਨਰਸਰੀ ਤਿਆਰ ਕਰਨੀ ਤੇ ਕਰਵਾਉਣੀ ਸ਼ੁਰੂ ਕੀਤੀ। ਫਿਰ ਹੋਰ ਲੋਕ ਇਸ ਦੇ ਨਾਲ ਜੁੜ ਗਏ ਤੇ ਇਸ ਵੇਲੇ ਜਿਹੜੀ ਹੈ ਪੰਜਾਬ ਦੀ ਬੱਲੇ ਬੱਲੇ ਹੈ ਹਾਕੀ ਟੀਮ ਦੇ ਵਿੱਚ। ਦੁਆ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਖਿਡਾਰੀ ਪ੍ਰਮਾਤਮਾ ਇਹਨਾਂ ਨੂੰ ਸਿਹਤਯਾਬ ਰੱਖੇ ਔਰ ਟੋਕੀਓ ਦੇ ਵਿੱਚ ਕੋਈ ਨਾਮ ਜਿੱਤ ਕੇ ਰੌਸ਼ਨ ਕਰਕੇ ਆਉਣ ਤੇ ਫਿਰ ਇਹ ਪੰਜਾਬੀਆਂ ਦੀ ਖੇਡ ਜਿਹੜੀ ਹੈ ਇੱਕ ਵਾਰੀ ਫਿਰ ਦੁਨੀਆ ਦੇ ਵਿੱਚ ਜਿਹੜਾ ਨਾਮ ਹੈ ਉਹ ਇਹਨਾਂ ਦਾ ਹੋਵੇ। ਜੀ। ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਤੇ ਹੁਣ ਸਾਨੂੰ ਪ੍ਰੋਗਰਾਮ ਇੱਥੇ ਸਮੇਟਣਾ ਪੈਣਾ। ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕੁਲਦੀਪ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।